ਕੁਲ ਜਾਣਾ। ਮੇਲ ਮਾੜੀਆਂ ਛੱਡ ਕੇ ਤੁਰਨਾ ਦੱਬਿਆ ਕੁਲ ਜਾਣਾ। ਰਾਵਣ ਜੇ ਅਹੰਕਾਰੀ ਲੱਦੇ ਕਾਲ ਬਦਾ ਜਿਸ ਪਾਵੇ ਭਾਗ ਕਿਸੇ ਨੇ ਬੈਠ ਨਾ ਰਹਿਣਾ। ਇਹ ਜਗਤਨ ਸਾਬਰ ਖਾਨਾ ਰੋਬਤ ਨੂੰ ਪੁੱਛਣ ਲੱਗੀ ਓੜਕ ਵੇਲਾ ਟੁੱਕ ਗਿਆ। ਟੀਸੀ ਉੱਪਰ ਵੇਰ ਦੇਖਦਿਆਂ ਪਲ ਵਿੱਚ ਤੋਤਾ ਟੁੱਕ ਗਿਆ। ਕਾਲ ਬਾਜ ਨੇ ਚੌਟ ਜੋ ਮਾਰੀ ਦੇਖਦਿਆਂ ਦਮ ਰੁਕ ਗਿਆ। ਸਾਈਂ ਲੋਕਾਂ ਕੀ ਜੀਤੇ ਸਾਈਂ ਲੋਕਾਂ ਕੀ ਜੀਤੇ ਜਦ ਦਾਣਾ ਪਾਣੀ ਮੁੱਕ ਗਿਆ। ਕਾਨੂੰ ਕਰ ਦਾ ਕੋੜ ਦੇ ਗਾਵੇ ਡੱਟ ਕਰੇ ਦੀਆਂ ਜੀਵ ਜਗਤ ਇਹ ਸਾਰਾ ਅਪਣਾਉਂਦਾ ਹੈ। ਮੌਜਾਂ ਮਾਣਦੇ ਕਈ ਅਮੀਰ ਤੁਰ ਗਏ। ਜਿਸ ਦੇ ਤਾਵਿਆਂ ਤੋਂ ਹਿੰਦ ਕੰਬਦੀ ਸੀ ਤਖਤ ਤਾਜ ਨੂੰ ਛੱਡ ਅਖੀਰ ਤੁਰ ਗਏ। ਤਪ ਕਰਨ ਵਾਲੇ ਰੋਹੀ ਰਹਿਣ ਵਾਲੇ ਤਪ ਕਰਨ ਵਾਲੇ ਰੋਹੀ ਰਹਿਣ ਵਾਲੇ ਵੇਲੇ ਅੰਤ ਦੇ ਪੀਰ ਫਕੀਰ ਤੁਰ ਗਏ। ਜਿਨ੍ਹਾਂ ਨਾਲ ਰਲ ਖੇਡਾਂ ਖੇਡੀਆਂ ਸਨ ਭੈਣਾਂ ਰੋਂਦੀਆਂ ਨੂੰ ਛੱਡ ਕੇ ਵੀਰ ਤੁਰ ਗਏ। ਭੈਣਾਂ ਰੋਂਦੀਆਂ ਨੂੰ ਛੱਡ ਕੇ ਵੀਰ ਤੁਰ ਗਏ। ਮਨਾ ਮੂਰਖਾ ਬਿਸਤਰਾ ਗੋਲ ਕਈ ਸਰੀਰ ਤੁਰ ਗਏ। ਤੇਰੇ ਨਾਲ ਦੇ ਕਈ ਸਰੀਰ ਤੁਰ ਗਏ। ਦਾਨ ਸੰਬੰਧੀ ਨਾ ਚਲਦੀ ਮੌਤ ਅੱਗੇ ਬੜੇ ਅਕਲ ਦੇ ਕੋਟ ਵਜ਼ੀਰ ਤੁਰ ਗਏ। ਕੋਲ ਖੜੇ ਹਕੀਮ ਤਬੀਬ ਰਹਿ ਗਏ। ਕੋਲ ਖੜੇ ਹਕੀਮ ਤਬੀਬ ਰਹਿ ਗਏ। ਮੌਤ ਝਿੜਕ ਅੱਗੇ ਵਾਂਗ ਨੀਰ ਤੁਰ ਗਏ। ਕਾਨੂੰ ਕਾਰਿਦਾਂ ਕੂੜ ਦੇ ਗਾਵੇ ਕੰਧਾਂ ਦਰਿਆ ਵੇਖਦੀਆਂ। ਕਾਰਿਦਾਂ ਕੂੜ ਦੇ ਗਾਵੇ ਕੰਧਾਂ ਦਰਿਆ ਵੇਖਦੀਆਂ। ਭਾਈ ਦੇ ਕੂੜੀ ਦੇ ਗਾਵੇ ਕੰਧਾਂ ਦਰਿਆ ਵੇਖਦੀਆਂ। ਭਾਈ ਦਾ ਕੂੜੀ ਦੇ ਗਾਵੇ ਕੰਧਾਂ ਦਰਿਆ ਵੇਖਦੀਆਂ। ਕਾਨੂੰ ਕਾਰਿਦਾਂ ਕੂੜ ਦੇ ਗਾਵੇ ਕੰਧਾਂ ਦਰਿਆ ਵੇਖਦੀਆਂ। ਕਾਰਿਦਾਂ ਕੂੜ ਦੇ
ਚੰਗੀਆਂ ਬਾਰੇ ਦਾ ਕੋੜ ਦੇਗਾ ਤੇ ਕੰਦਾ ਤੇਰੀਆਂ ਰੇਤੀਆਂ ਪਾਦਾ ਕੋੜ ਦੇਗਾ ਤੇ ਕੰਦਾ ਤੇਰੀਆਂ ਰੇਤੀਆਂ ਭਾਈ ਦੇ ਕੂੜੀ ਦੇ ਗਾਵੇ ਕੰਗਾ ਤੇਰੀਆਂ ਰੇਤੀਆਂ ਭਾਈ ਦੇ ਕੂੜੀ ਦੇ ਗਾਵੇ ਕੰਗਾ ਤੇਰੀਆਂ ਰੇਤੀਆਂ ਭਾਰਤ ਨੂੰ ਸਰਕਾਰ ਜੋ ਸਾਧ ਸੰਗਤ ਦੀ ਆਪ ਸਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਜਾਗਤ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਵਿਚੜੀ ਰੂਹ ਆਤਮਾ ਸਰਦਾਰ ਅਮਰ ਸਿੰਘ ਸਰਾਭ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਇਕੱਤਰ ਹੋਏ ਹੋ। ਦੇਖਦੇ ਹਾਂ ਦੁਨੀਆ ਕਿਤਨੀ ਤੁਰੀ ਜਾਂਦੀ ਹੈ। ਬੜੇ ਬੜੇ ਰਾਜੇ ਬਾਦਸ਼ਾਹ ਦੁਨੀਆ ਤੋਂ ਹੋ ਚੁੱਕੇ ਹਨ। ਇੱਥੇ ਵੀ ਸੁਖ ਨਹੀਂ ਪ੍ਰਾਪਤ ਕੀਤਾ, ਅੱਗੇ ਵੀ ਸੁਖ ਨਹੀਂ ਮਿਲਿਆ। ਇੱਕ ਆਵੈ ਇੱਕ ਜਾਹੇ ਉਠ, ਰੱਖੀ ਹੈ ਨਾਮ ਸਲਾਰ। ਇੱਕ ਅਪਾਏ ਮੰਗ ਤੇ ਇੱਕ ਨਾ ਵੱਡੇ ਦਰਬਾਰ। ਅੱਗੇ ਗਿਆ ਜਾਣੀਐ ਬਿਨ ਨਾ ਵਾਵੀ ਕਾਰ। ਤਾਂ ਤੇ ਉਹੀ ਸਮਾਂ ਜਿਹੜਾ ਰੱਬ ਦੀ ਯਾਦ ਵਿੱਚ ਗੁਜ਼ਰਦਾ ਹੈ, ਲੇਖੇ ਵਿੱਚ ਹੈ। ਅੱਗੇ ਗਿਆ ਹੋਰ ਕੰਮਾਂ ਦੀ ਤਾਂ ਕੋਈ ਕੀਮਤ ਨਹੀਂ ਪੈਣੀ। ਇਹੀ ਸਮਾਂ ਲੇਖੇ ਵਿੱਚ ਹੈ। ਕਬੀਰ ਸੰਗਤ ਸਾਧ ਕੀ ਕੋਟ ਘਟੈ ਅਪਰਾਧ। ਭਗਤ ਕਬੀਰ ਜੀ ਕਹਿੰਦੇ ਨੇ ਕਰੋੜਾਂ ਅਪਰਾਧਾਂ ਦਾ ਭਰਿਆ ਹੋਇਆ ਜਗਰਾਸੂ ਜਦੋਂ ਉਸ ਨੂੰ ਪੂਰਨ ਮਹਾਪੁਰਸ਼ ਦੀ ਸੰਗਤ ਪ੍ਰਾਪਤ ਹੋਵੇ ਉਹ ਵੀ ਤਰ ਜਾਂਦਾ ਹੈ। ਵਿਵਹਾਰਕਾਰ ਜੀਵ ਦਾ ਗਾਉਣ ਪਰਜੈ, ਪਰਮੇਸ਼ਰ ਦਾ ਭਜਨ ਕਰਨਾ ਇਸ ਦਾ ਮੁੱਖ ਫਰਜ਼ ਹੈ। ਸਕੂਲਾਂ ਦੇ ਵਿੱਚ ਦੋ ਕਿਸਮ ਦੇ ਮਜ਼ਮੂਨ ਹੁੰਦੇ ਹਨ, ਇੱਕ ਲਾਜ਼ਮੀ ਇੱਕ ਗੈਰ ਲਾਜ਼ਮੀ। ਜੋ ਲਾਜ਼ਮੀ ਮਜ਼ਮੂਨ ਦੀ ਵਕਤ ਹੁੰਦੀ ਹੈ ਉਹ ਗੈਰ ਲਾਜ਼ਮੀ ਦੀ ਨਹੀਂ ਹੁੰਦੀ। ਇਸ ਤਰ੍ਹਾਂ ਹੀ ਦੁਨੀਆ ਦੇ ਵਿੱਚ ਆ ਕੇ ਇਨਸਾਨ ਦੇ ਦੋ ਫਰਜ਼ ਹਨ, ਇੱਕ ਵਿਵਹਾਰਕ ਫਰਜ਼ ਹੈ, ਇੱਕ ਪਰਮਾਰਥਕ ਫਰਜ਼ ਹੈ। ਵਿਵਹਾਰਕ ਫਰਜ਼ ਸਾਰੀ ਦੁਨੀਆ ਕਰਦੀ ਹੈ। ਕੋਈ ਨੌਕਰੀ ਕਰਦਾ ਹੈ, ਕੋਈ ਬਿਜ਼ਨਸ ਕਰਦਾ ਹੈ, ਕੋਈ ਖੇਤੀ ਕਰਦਾ ਹੈ। ਪਰਮਾਰਥਕ ਫਰਜ਼ ਜਿਹੜਾ ਹੈ ਭਜਨ ਕਰਨਾ, ਸਤ ਸੰਗਤ ਕਰਨੀ, ਇਹ ਕੋਈ ਵਿਰਲਾ ਹੀ ਕਰਦਾ ਹੈ। ਇਹ ਲਾਜ਼ਮੀ ਫਰਜ਼ ਹੈ। ਪਰ ਜੀਵ ਨੇ ਇਸ ਨੂੰ ਭੁਲਾ ਦਿੱਤਾ। ਇਸ ਨੇ ਵਿਵਹਾਰ ਨੂੰ ਹੀ ਲਾਜ਼ਮੀ ਫਰਜ਼ ਮੰਨਿਆ ਹੈ। ਜੋ ਵਿਵਹਾਰ ਆਖਰੀ ਦਮ ਤੱਕ ਹੈ, ਵਿਵਹਾਰ ਇਹਦਾ ਮਰਨ ਤੱਕ ਹੈ, ਅੱਗੇ ਨਹੀਂ ਜਾਂਦਾ। ਅੱਗੇ ਜਾਣ ਵਾਲੀ ਚੀਜ਼ ਪਰਮਾਰਥਕ ਫਰਜ਼ ਨੇ ਹੀ ਜਾਣਾ ਹੈ। ਇਉਂ ਸਤਿਗੁਰੂ ਮਹਾਰਾਜ ਬਾਣੀ ਵਿੱਚ ਸਮਝਾਉਂਦੇ ਨੇ ਜੀਵ ਨੂੰ, ਹੋਇਆ ਸਾਥ ਨਾ ਜਾਂਦੇ, 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 ਹੋਇਆ ਸਾਥ ਨਾ ਜਾਂਦੇ।
ਕਿੰਨਾ ਕਿੰਨਾ ਦਾ ਜਿਉਂਦਾ ਤੱਕ ਵਿਹਾਰ ਰਹਿੰਦਾ ਹੈ। ਮਾਤ ਪਿਤਾ ਭਾਈ ਸਤਬੰਧਵ ਅਰਪਨ ਗ੍ਰਹਿ ਕੀ ਨਾਰ। ਮਾਤਾ ਪਿਤਾ ਭਾਈ ਪੁੱਤਰ ਸਾਥ ਸੰਬੰਧੀ ਪਤਨੀ ਅਰਪਨ ਗ੍ਰਹਿ ਕੀ ਨਾਰ। ਇਹਨਾਂ ਦਾ ਸਾਥ ਕਿੱਥੇ ਤੱਕ ਹੁੰਦਾ ਹੈ। ਤਾਂਤੀ ਪ੍ਰਾਨ ਹੋਦ ਜਬ ਨਿਆਰੇ ਟੇਤ ਪ੍ਰੇਤ ਪਕਾਰ। ਜਦੋਂ ਆਪਣੇ ਸਰੀਰ ਦੇ ਵਿੱਚੋਂ ਪ੍ਰਾਨ ਨਿਆਰੇ ਹੋ ਗਏ ਤਾਂ ਫਿਰ ਪ੍ਰੇਤ ਪ੍ਰੇਤ ਕਰਕੇ ਪੁਕਾਰਦੇ। ਆਦ ਘਰੀ ਕੋ ਨਾ ਰਾਖੈ ਘਰ ਦੇ ਤਨਕਾਰ। ਕਹਿੰਦੇ ਫਿਰ ਇੱਕ ਘੜੀ ਨਹੀਂ ਰੱਖਦੇ ਤੇ ਇਹਨੇ ਜਲਦੀ ਸੰਸਕਾਰ ਕਰਦੇ। ਸਾਈਲੈਂਟ ਤੇ ਨਾ ਕਰੋ। ਇਹ ਚੱਕਰ ਮੁਕਦਾ ਨਹੀਂ। ਆਤਮਾ ਅਮਰ ਹੈ। ਮਿੱਟੀ ਦਾ ਸਰੀਰ ਜਗਤ 5 ਤੱਤਾਂ ਤੋਂ ਬਣਦਾ ਹੈ। ਅਖੀਰ ਇੱਥੇ ਹੀ ਮਿੱਟੀ ਵਿੱਚ ਰਹਿ ਜਾਂਦਾ। 5 ਭੌਤਿਕ ਸਰੀਰ ਭਾਵੇਂ ਬਾਦਸ਼ਾਹ ਦਾ ਹੋਵੇ ਭਾਵੇਂ ਕੰਗਾਲ ਦਾ ਹੋਵੇ, ਇਸ ਦਾ ਅੰਤ ਜ਼ਰੂਰ ਹੁੰਦਾ ਹੈ। ਰਿਖੀ ਸੰਤ ਰਾਜੇ ਮਹਾਰਾਜੇ ਭਗਵਾਨ ਕ੍ਰਿਸ਼ਨ ਜਿਹੇ ਅਵਤਾਰ ਇਸ ਸੰਸਾਰ ਉੱਤੇ ਆਏ ਤੇ ਸਮੇਂ ਦੇ ਨਾਲ ਤੁਰ ਗਏ। ਜਿਹੋ ਜਿਹੇ ਕਿਸੇ ਦੇ ਕਰਮ ਸੀ ਉਹ ਜਿਹਾ ਉਸ ਨੂੰ ਕਰਤਾਰ ਦੀ ਦਰਗਾਹ ਦੇ ਵਿੱਚ ਜੀਵਨ ਪ੍ਰਾਪਤ ਹੋਇਆ। ਸੰਸਾਰ ਉੱਤੇ ਉਹਨਾਂ ਦਾ ਜੀਵਨ ਇਤਿਹਾਸ ਅਮਰ ਹੈ। ਮਰਨਾ ਸੱਚ ਹੈ, ਜਿਉਣਾ ਝੂਠ ਹੈ। ਕਿਉਂਕਿ ਇੱਕ ਦਫਾ ਗੁਰੂ ਨਾਨਕ ਦੇਵ ਮਹਾਰਾਜ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਤੂੰ ਮੌਤ ਨੂੰ ਕਿੰਨੀ ਕੁ ਦੂਰ ਸਮਝਦਾ ਹੈ। ਮਰਦਾਨਾ ਕਹਿੰਦਾ, ਮਹਾਰਾਜ 8 ਫਿਰ ਦਿਨ ਰਾਤ ਦੇ ਬੜੇ ਸੁਖ ਦੇ ਬਤੀਤ ਹੋਏ ਨੇ। ਅਗਲੇ 8 ਫਿਰ ਕਹਾ ਪਤਾ ਨਹੀਂ ਕਿਹੋ ਜਿਹੇ ਬਤੀਤ ਹੋਣੇ। ਸਤਿਗੁਰੂ ਜੀ ਕਹਿੰਦੇ, ਮਰਦਾਨਿਆ ਭਾਣੈ ਉਚਲ ਭਾਣੈ ਰਾਹ ਭਾਰੈ ਹਰਗੁਣ ਗੁਰਮੁਖ ਦਾ ਬਾਬਾ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਨਾ, ਉਹ ਅਕਾਲ ਪੁਰਖ ਦਾ ਭਾਣਾ ਮਿੱਠਾ ਕਰਕੇ ਮੰਨਦੇ। ਕਿਉਂਕਿ ਭਾਣਾ ਮੰਨਿਆ ਸੀ ਪੰਜਵੇਂ ਪਾਤਸ਼ਾਹ ਮਹਾਰਾਜ। 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ 11 ਸਾਲ ਦੀ ਉਮਰ ਦੇ ਵਿੱਚ ਛੱਡ ਕੇ ਚਲੇ ਗਏ। ਸ਼ਹਾਦਤ ਦੇ ਦਿੱਤੀ, ਭਾਣਾ ਮੰਨਿਆ। ਭਾਣਾ ਮੰਨਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 11 ਸਾਲ ਦੀ ਉਮਰ ਦੇ ਵਿੱਚ ਛੱਡ ਕੇ ਚਲੇ ਗਏ। ਗੁਰੂਆਂ ਨੇ ਭਾਣਾ ਮੰਨਿਆ ਤੇ ਭਾਣਾ ਮੰਨਣ ਦੀ ਅੱਗੇ ਸਿੱਖਾਂ ਨੂੰ ਜਾਂਚ ਸਿਖਾ ਦਿੱਤੀ। ਭਾਈ ਭਿਖਾਰੀ ਜੀ ਕਹਿੰਦੇ, ਇਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੈ। ਭਾਈ ਭਿਖਾਰੀ ਜੀ ਐਸੇ ਸ਼ਬਦ ਪੜ੍ਹਦੇ ਨੇ। ਉਧਰ ਨੌਜਵਾਨ ਪੁੱਤਰ ਚੜ੍ਹਾਈ ਕਰਦੇ। ਦੂਸਰੇ ਦਿਨ ਭਾਈ ਗੁਰਮੁਖ ਜੀ ਕਹਿੰਦੇ, ਭਾਈ ਭਿਖਾਰੀ ਜੀ ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਪਹਿਲਾਂ ਹੀ ਅਰਥੀ ਬਣਾ ਦੇਣੀ ਤੇ ਤੱਪੜ ਸਿਉਂ ਦੇਣਾ ਤੇ ਮਿਰਤਕ ਦਾ ਸਮਾਨ ਘੜਾ ਤੇ ਕਾਹ ਦਾ ਗੋਲਾ ਆਦਿ ਰੱਖਣਾ। ਇਸ ਤੋਂ ਮੈਨੂੰ ਇਹ ਅਨੁਮਾਨ ਹੁੰਦਾ ਹੈ ਕਿ ਤੁਹਾਨੂੰ ਪਤਾ ਸੀ ਕਿ ਤੁਹਾਡੇ ਲੜਕੇ ਨੇ ਮ੍ਰਿਤੂ ਹੋ ਜਾਣਾ ਹੈ। ਭਾਈ ਭਿਖਾਰੀ ਜੀ ਕਹਿੰਦੇ, ਹਾਂ ਮੈਨੂੰ ਪਤਾ ਸੀ ਕਿ ਲੜਕੇ ਨੇ ਮ੍ਰਿਤੂ ਹੋਣਾ ਹੈ। ਤੇ ਭਾਈ ਗੁਰਮੁਖ ਕਹਿੰਦਾ ਫਿਰ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੜਕੀ ਦੀ ਉਮਰ ਹੋਰ ਮੰਗ ਲੈਂਦੇ। ਭਾਈ ਭਿਖਾਰੀ ਜੀ ਕਹਿੰਦੇ, ਫੇਰ ਨਹੀਂ ਸੀ ਜਾਣਾ। ਫੇਰ ਵੀ ਤਾਂ ਇਸਨੇ ਜਾਣਾ ਸੀ, ਮਰਨਾ ਸੀ। ਗੁਰੂ ਸਾਹਿਬ ਤੋਂ ਤਾਂ ਵੱਡੀਆਂ ਚੀਜ਼ਾਂ ਮੰਗੀ ਦੀਆਂ ਨੇ। ਆ ਨਾਸਵਾਨ ਚੀਜ਼ਾਂ ਦਾ ਕੀ ਮੰਗਣਾ ਹੈ। ਭਾਈ ਭਿਖਾਰੀ ਜੀ ਕਹਿੰਦੇ, ਗੁਰੂ ਤੋਂ ਮੰਗੋ ਨਾਮ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਬੋਲੇ। ਇਹਾਂ
ਲੋਕ ਤੇ ਉਹਾਂ ਪਰਲੋਕ ਦੇ ਵਿੱਚ, ਲੋਕ ਪਰਲੋਕ ਵਿੱਚ ਸਹਾਈ ਹੋਣੀ ਦਾਤ ਮੰਗੋ ਗੁਰੂ ਤੋਂ। ਇਹ ਨਾਸਵਨ ਚੀਜ਼ਾਂ ਕਿਉਂ ਮੰਗਣੀਆਂ ਨੇ? ਇਉਂ ਭਾਈ ਭਿਖਾਰੀ ਜੀ ਦੱਸਦੇ ਨੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ, ਨਾਮ ਨਾ ਵਿਸਰੇ। ऐसी दया करो महाराज, नाम ना बिसरे, नाम ना बिसरे। ऐसी दया करो महाराज, नाम ना बिसरे, नाम ना बिसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना बिसरे, नाम ना बिसरे। दया करो महाराज, नाम ना बिसरे, नाम ना बिसरे। नाम ना विसरे, नाम ना विसरे, नाम ना विसरे, नाम ना विसरे। नाम ना विसरे, नाम ना विसरे, नाम ना विसरे, नाम ना विसरे। वाहिगुरु 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 ऐसी दया करो महाराज, नाम ना विसरे, नाम ना विसरे। ऐसी दया करो महाराज, नाम ना विसरे, नाम ना विसरे। ऐसी दया करो महाराज, नाम ना बिसरे, नाम ना बिसरे। दया करो महाराज, नाम ना बिसरे, नाम ना बिसरे। ਬਿਨ ਤਤ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇਹ ਨਾਮ ਸੰਤੋਖੀਆਂ, ਉਤਰੈ ਮਨ ਕੀ ਰੋਖ। ਹਾਂ ਕਾਪੀ ਦੇ ਭਾਈ ਭਿਖਾਰੀ ਜੀ ਕਹਿੰਦੇ ਗੁਰੂ ਤੋਂ ਮੰਗੋ ਨਾਮ, ਜਿਸ ਦਾ ਮੁੱਲ ਕੋਈ ਨਹੀਂ। ਭਾਈ ਗੁਰਮੁਖ ਕਹਿੰਦਾ ਜੀ ਇਹ ਗੱਲ ਸੀ ਤਾਂ ਤੁਸੀਂ ਲੜਕੀ ਨੂੰ ਵਿਆਹਣਾ ਕਿਉਂ ਸੀ? ਉਸ ਨੂੰ ਵਿਆਹੁੰਦੇ ਨਾ। ਭਾਈ ਭਿਖਾਰੀ ਜੀ ਕਹਿੰਦੇ ਉਸ ਦੀ ਸ਼ਾਦੀ ਹੋ ਕੇ ਹੀ ਉਸਨੇ ਮਰਨਾ ਸੀ, ਪਹਿਲਾਂ ਨਹੀਂ ਸੀ ਮਰਨਾ। ਤੇ ਭਾਈ ਗੁਰਮੁਖ ਕਹਿੰਦਾ ਉਹ ਜਿਹੜੀ ਲੜਕੀ ਨਵੀਂ ਵਿਆਹੀ ਹੈ ਉਹਦਾ ਕੀ ਬਣੂ? ਭਾਈ ਭਿਖਾਰੀ ਜੀ ਕਹਿੰਦੇ ਉਹ ਵੀ ਖੁਸ਼ ਹੈ ਜਾਂ ਪੁੱਛਦਾ ਉਸ ਸੈਡ ਨੂੰ। ਉਹ ਕਾਲੀ ਬੈਠੀ ਵਿੱਚ ਕਰੇ ਕੋਲ ਨੂੰ ਬੰਦਾ ਜੀ
ਹੁਣ ਭਾਈ ਗੁਰਮੁਖ ਨਵੀਂ ਵਿਆਹੀ ਲੜਕੀ ਦੇ ਕੋਲ ਜਾ ਕੇ ਪੁੱਛਦਾ ਹੈ ਕਿ ਬੇਟਾ ਤੇਰਾ ਪਤੀ ਚੜ੍ਹਾਈ ਕਰ ਗਿਆ, ਬੜਾ ਦੁੱਖ ਹੈ। ਕਹਿਣ ਲੱਗੀ ਪਿਤਾ ਜੀ ਇਹ ਇਸੇ ਤਰ੍ਹਾਂ ਹੀ ਹੋਣਾ ਸੀ। ਕਹਿੰਦਾ ਬੇਟਾ ਤੇਰਾ ਸਹੁਰਾ ਪਿਤਾ ਵੀ ਕਹਿੰਦਾ ਇਸੇ ਤਰ੍ਹਾਂ ਹੋਣਾ ਸੀ ਤੇ ਤੂੰ ਵੀ ਕਹਿੰਦੀ ਇਸੇ ਤਰ੍ਹਾਂ ਹੋਣਾ ਸੀ, ਤੁਹਾਨੂੰ ਪਤਾ ਹੈ? ਹੁਣ ਲੜਕੀ ਕਹਿੰਦੀ ਹਾਂ ਪਿਤਾ ਜੀ ਮੈਨੂੰ ਪਤਾ ਸੀ। ਭਾਈ ਗੁਰਮੁਖ ਕਹਿੰਦਾ ਤੈਨੂੰ ਕਿਵੇਂ ਪਤਾ ਸੀ? ਹੁਣ ਉਹ ਲੜਕੀ ਦੱਸਦੀ ਹੋਈ ਕਹਿਣ ਲੱਗੀ ਮੈਂ ਪਿਛਲੇ ਜਨਮ ਦੇ ਵਿੱਚ ਇੱਕ ਰਾਜੇ ਦੀ ਲੜਕੀ ਸੀ। ਮੈਂ ਇੰਨਾ ਤਪ ਕਰਿਆ ਕਿ ਮੇਰੇ ਨੇਤਰਾਂ 'ਚ ਇੰਨਾ ਜਲਾਲ ਆ ਗਿਆ ਕਿ ਕੋਈ ਮਨੁੱਖ ਮੇਰੇ ਨੇਤਰਾਂ ਵੱਲ ਨਹੀਂ ਸੀ ਦੇਖ ਸਕਦਾ। ਇੱਕਦਮ ਉਹਦੇ ਛੱਪਰ ਢਹਿ ਜਾਂਦੇ ਸੀ। ਕਹਿਣ ਲੱਗੀ ਮੇਰੇ ਪਿਤਾ ਨੇ ਮੇਰੀ ਸ਼ਾਦੀ ਕਰਨੀ ਚਾਹੀ। ਮੈਂ ਕਿਹਾ ਪਿਤਾ ਜੀ ਮੇਰੀ ਸ਼ਾਦੀ ਉੱਥੇ ਕਰਿਓ ਜਿੱਥੇ ਮੇਰੇ ਸਾਹਮਣੇ ਕਿਸੇ ਦੇ ਨੇਤਰ ਖੜੇ ਰਹਿ ਜਾਣ, ਸਨਮੁਖ ਰਹੇ ਜੀ। ਹੁਣ ਉਹ ਲੜਕੀ ਕਹਿੰਦੀ ਮੇਰੇ ਪਿਤਾ ਨੇ ਸਵੰਬਰ ਰਚਿਆ। ਸਵੰਬਰ ਦੇ ਵਿੱਚ ਸਾਰੇ ਰਾਜਕੁਮਾਰ ਆਈ, ਮੈਂ ਜੈ ਮੈਲਾ ਲੈ ਕੇ ਘੁੰਮਦੀ ਫਿਰਦੀ ਰਹੀ। ਜਿਸ ਦੇ ਮੈਂ ਨੇਤਰਾਂ 'ਚ ਨੇਤਰ ਪਾ ਕੇ ਦੇਖਾਂ ਉਹ ਇੱਕਦਮ ਆਪਣੇ ਨੇਤਰ ਥੱਲੇ ਕਰ ਲਵੇ। ਲੜਕੀ ਕਹਿੰਦੀ ਅਖੀਰ ਤੀਰਥ ਯਾਤਰਾ ਸ਼ੁਰੂ ਕਰ ਦਿੱਤੀ। ਇੱਕ 22 ਸਾਲ ਦੀ ਉਮਰ ਦਾ ਬ੍ਰਹਮਚਾਰੀ ਜਦ ਮੈਂ ਉੱਥੇ ਪਹੁੰਚੀ ਨਾ ਉਹਦੇ ਕੋਲ, ਉਹਦੇ ਨੇਤਰਾਂ ਦੇ ਵਿੱਚ ਐਡਾ ਜ਼ਬਰਦਸਤ ਜਲਾਲ ਤੇ ਇੰਨਾ ਤਪ ਕਿ ਦੇਖਦੇ ਸਾਰ ਮੇਰੇ ਨੇਤਰ ਹੇਠਾਂ ਹੋ ਗਏ। ਮੈਂ ਨੀਵੀਂ ਪਾ ਲਈ। ਹੁਣ ਉਹ ਲੜਕੀ ਕਹਿੰਦੀ ਮੇਰੇ ਪਿਤਾ ਨੇ ਸਮਝ ਲਿਆ ਕਿ ਇਹ ਹੀ ਇਸ ਦਾ ਪਤੀ ਹੈ। ਮੈਂ ਵੀ ਆਪਣੇ ਪਿਤਾ ਨੂੰ ਕਹਿ ਦਿੱਤਾ ਕਿ ਪਿਤਾ ਜੀ ਮੈਂ ਜਿੱਥੇ ਆਉਣਾ ਸੀ ਆ ਗਈ ਹਾਂ। ਲੜਕੀ ਕਹਿੰਦੀ ਉਸ ਬ੍ਰਹਮਚਾਰੀ ਨੂੰ ਬੜਾ ਪੁੱਛਿਆ। ਉਹ ਕਹਿੰਦਾ ਮੈਂ ਤਾਂ ਵਿਆਹ ਨਹੀਂ ਕਰਾਉਣਾ। ਉਸ ਤੋਂ ਬਾਅਦ ਮੈਂ ਕਿਹਾ ਪਿਤਾ ਜੀ ਮੇਰੀ ਸ਼ਰਤ ਪੂਰੀ ਹੋ ਗਈ ਹੈ, ਮੈਂ ਸ਼ਾਦੀ ਕਰਾਵਾਂਗੀ ਤਾਂ ਇਸ ਦੇ ਨਾਲ ਹੀ ਕਰਾਵਾਂਗੀ, ਨਹੀਂ ਤਾਂ ਮੈਂ ਨਹੀਂ ਕਰਾਉਣੀ, ਸਾਰੀ ਜ਼ਿੰਦਗੀ ਕੁਆਰੀ ਰਹਾਂਗੀ। ਕਹਿਣ ਲੱਗੀ ਉਹ ਬ੍ਰਹਮਚਾਰੀ ਮੰਨੇ ਨਾ ਤੇ ਮੈਂ ਉਸ ਦੇ ਕੋਲ ਰਹਿ ਪਈ। ਮੇਰਾ ਰਾਜਾ ਪਿਤਾ ਵਾਪਸ ਚਲਿਆ ਗਿਆ, ਉਸ ਦੇ ਕੋਲ ਛੱਡ ਕੇ। ਕਹਿਣ ਲੱਗੀ ਮੈਂ ਉਸ ਬ੍ਰਹਮਚਾਰੀ ਦੀ ਸੇਵਾ ਕਰਦੀ ਰਹੀ। ਇੱਕ ਵਾਰੀ ਮੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਉਹ ਬ੍ਰਹਮਚਾਰੀ ਕਹਿਣ ਲੱਗਾ ਕਿ ਇਹ ਲੜਕੀ ਤੋਂ ਕਾਹਦੇ ਵਾਸਤੇ ਸੇਵਾ ਕਰ ਰਹੀ ਹੈ, ਦੱਸ ਮੈਂ ਤੇਰਾ ਮਨੋਰਥ ਪੂਰਾ ਕਰਾਂ। ਕਹਿਣ ਲੱਗੀ ਉਹ ਮੈਨੂੰ ਵਚਨ ਦੇ ਚੁੱਕਾ ਸੀ ਕਿ ਮੈਂ ਤੇਰਾ ਮਨੋਰਥ ਪੂਰਾ ਕਰਾਂ। ਕਹਿਣ ਲੱਗੀ ਕਿ ਮੈਂ ਉਸਨੂੰ ਕਿਹਾ ਕਿ ਮੈਂ ਤੈਨੂੰ ਪਤੀ ਬਣਾਉਣਾ ਹੈ। ਉਹ ਬ੍ਰਹਮਚਾਰੀ ਕਹਿੰਦਾ ਇਸ ਜਨਮ ਦੇ ਵਿੱਚ ਤਾਂ ਨਹੀਂ ਮੈਂ ਤੇਰਾ ਪਤੀ ਬਣਦਾ, ਪਰ ਸਰੀਰ ਛੱਡ ਕੇ ਅਗਲੇ ਜਨਮ ਦੇ ਵਿੱਚ ਮੈਂ ਤੇਰੇ ਨਾਲ ਦਾਵਾ ਲੈ ਲਵਾਂਗਾ, ਪਰ ਸਰੀਰ ਕਰਕੇ ਤੇਰੇ ਨਾਲ ਸੰਜੋਗ ਕੋਈ ਨਹੀਂ ਹੋਵੇਗਾ। ਸਿਰਫ ਮੈਂ ਵਿਆਹ ਕਰਵਾ ਕੇ ਸਰੀਰ ਛੱਡ ਦੇਵਾਂਗਾ। ਸਿਰਫ ਤੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਮੈਂ ਤੈਨੂੰ ਇਹ ਵਚਨ ਦਿੰਦਾ ਹਾਂ। ਤੇ ਉਹ ਲੜਕੀ ਕਹਿੰਦੀ ਇਹ ਵਚਨ ਉਸਦੇ ਮੁਖੋਂ ਸੁਣ ਕੇ ਨਾ ਮੇਰੇ ਮਨ ਵਿੱਚ ਬੜੀ ਖੁਸ਼ੀ ਹੋਈ ਤੇ ਮੈਂ ਉਸ ਬ੍ਰਹਮਚਾਰੀ ਨੂੰ ਇਹੋ ਬੇਨਤੀ ਕੀਤੀ ਕਿ ਮੇਰਾ ਜਨਮ ਵੀ ਇਹ ਲੇਖੇ ਲੱਗ ਜਾਵੇਗਾ। ਲੇਖੇ ਵਿੱਚ ਲਾ ਲੋ ਜੀ ਜਨਮ ਤੁਹਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਹਾਰੇ ਲੇਖੇ ਵਿੱਚ ਲਾ ਲੋ ਜੀ ਜਨਮ ਤੁਹਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਹਾਰੇ ਲੇਖੇ।
ਬਹੁਤ ਜਨਮ ਵਿਛਰੇ ਥੇ ਮਾਤੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। हे ਵਾਹਿਗੁਰੂ, ਇਹ ਜਨਮ ਧਾਰਿਆ ਲੇਖੇ ਦੇ ਵਿੱਚ ਲਾ ਲਓ। ਹੁਣ ਉਹ ਲੜਕੀ ਕਹਿੰਦੀ ਉਸ ਤੋਂ ਬਾਅਦ ਅਸੀਂ ਦੋਵੇਂ ਜਾਣੇ ਚੜ੍ਹਾਈ ਕਰਦੇ। ਮੇਰੇ ਯਾਦ ਸੀ ਉਹ ਗੱਲ ਪਿਛਲੇ ਜਨਮ ਵਾਲੀ। ਸੋ ਮੇਰੀ ਜਦ ਸ਼ਾਦੀ ਹੋ ਗਈ ਮੈਨੂੰ ਪਤਾ ਸੀ ਕਿ ਮੇਰਾ ਡੋਲਾ ਉਤਰਨ ਤੋਂ ਪਹਿਲਾਂ ਇਸਨੇ ਮਿਰਤੂ ਹੋ ਜਾਣਾ ਹੈ। ਸੋ ਡੋਲਾ ਘਰ ਆਉਣ ਤੋਂ ਪਹਿਲਾਂ ਇਸਨੇ ਸਰੀਰ ਛੱਡ ਦਿੱਤਾ। ਉਹ ਲੜਕੀ ਕਹਿੰਦੀ ਮੈਂ ਵੀ ਕੁਛ ਹਾਂ, ਆ ਥੋੜਾ ਚਿਰ ਮੈਂ ਸਬਰ ਤੈਅ ਕਰ ਲੈਣਾ, ਉਸ ਤੋਂ ਬਾਅਦ ਮੈਂ ਇਸ ਨੂੰ ਢੋਲ ਲੈਣਾ ਹੈ, ਕਿਉਂਕਿ ਹੁਣ ਸਾਡਾ ਸੰਜੋਗ ਹੋ ਗਿਆ ਹੈ। ਹੁਣ ਮੈਂ ਇਸ ਨੂੰ ਛੱਡਣਾ ਨਹੀਂ, ਨਾ ਹੀ ਮੈਨੂੰ ਛੱਡੇ। ਦਰਗਾਹ ਦੇ ਵਿੱਚ ਵੀ ਅਸੀਂ ਇਕੱਠੇ ਰਹਾਂਗੇ, ਕਿਉਂਕਿ ਮੇਰਾ ਪਤੀ ਹੋ ਗਿਆ, ਮੈਂ ਪਤੀ ਵਰਤਾ ਇਸਤਰੀ ਹਾਂ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਇਹਨਾਂ ਐਵੇਂ ਹੀ ਹੋਣਾ ਸੀ। ਹੁਣ ਭਾਈ ਗੁਰਮੁਖ ਹੈਰਾਨ ਹੋ ਗਿਆ, ਕਹਿੰਦਾ ਭਾਈ ਭਿਖਾਰੀ ਜੀ, ਪਹਿਲਾਂ ਵੀ ਤੁਹਾਡੀ ਵਿਰਤੀ ਉਹੇ ਜਿਹੀ ਸੀ, ਖੁਸ਼ੀ ਦੇ ਵਿੱਚ ਤੁਸੀਂ ਖੁਸ਼ੀ ਨਹੀਂ ਮਨਾਈ ਤੇ ਹੁਣ ਗਮੀ ਦੇ ਵਿੱਚ ਗਮੀ ਵੀ ਨਹੀਂ ਮਨਾਈ। ਪਰਮੇਸ਼ਰ ਦਾ ਸ਼ੁਕਰ ਕਰ ਰਹੇ ਹੋ, ਇਹ ਗੱਲ ਕੀ ਹੈ? ਕਹਿੰਦਾ ਭਾਈ ਗੁਰਮੁਖਾ, ਆਪਾਂ ਨੂੰ ਦਿੱਤਾ ਸਭ ਕੁਝ ਪਰਮੇਸ਼ਰ ਨੇ ਹੈ। ਹੁਣ ਭਾਈ ਭਿਖਾਰੀ ਜੀ ਕਹਿੰਦੇ ਦੇਖ, ਇੱਕ ਕੋਈ ਬੰਦਾ ਸੀ, ਕਾਰੋਬਾਰ ਕਰਦਾ ਸੀ, ਕਾਰੋਬਾਰ ਕਰਦੇ ਨੂੰ ਮਾਇਆ ਦੀ ਲੋੜ ਪੈ ਗਈ। ਜਿਸ ਦੇਸ਼ ਵਿੱਚ ਰਹਿੰਦਾ ਸੀ ਕਿਸੇ ਨੇ ਉਸ ਦੀ ਮਦਦ ਨਾ ਕੀਤੀ, ਬੜਾ ਪਰੇਸ਼ਾਨ ਹੋ ਗਿਆ। ਅੱਗੇ ਚੱਲਿਆ ਗਿਆ ਤਾਂ ਕਿਸੇ ਨੇ ਦੱਸਿਆ ਕਿ ਆਹ ਜਿਹੜਾ ਨਾਮ ਦਾ ਦੇਸ਼ ਹੈ ਨਾ, ਇੱਥੇ ਪੈਸੇ ਬਿਨਾਂ ਲਿਖਤ ਪੜ੍ਹਨ ਨੂੰ ਹੀ ਮਿਲ ਜਾਂਦੇ ਨੇ। ਆਪ ਬਾਰਡਰ ਪਾਰ ਕਰਕੇ ਉਦੋਂ ਮਾਇਆ ਲੈ ਲਓ, ਫਿਰ ਤੁਸੀਂ ਮੋੜ ਦਿਓ ਉਹਨਾਂ ਨੂੰ। ਭਾਈ ਭਿਖਾਰੀ ਜੀ ਕਹਿੰਦੇ ਉਹ ਆਦਮੀ ਨਾਲ ਦੇ ਦੇਸ਼ ਚੱਲਿਆ ਗਿਆ, ਕੀ ਦਿਖਦਾ ਕਿਸੇ ਦਾ ਜਵਾਨ ਲੜਕਾ ਚੜ੍ਹਾਈ ਕਰ ਗਿਆ। ਉਸ ਦਾ ਪਿਤਾ ਹਲ ਵਾਰਿਆ ਸੀ, ਉਹ ਕੋਲ ਚੱਲਿਆ ਗਿਆ, ਦੇਖਣ ਲੱਗਾ ਕਿ ਇਹਦਾ ਲੜਕਾ ਚੜ੍ਹਾਈ ਕਰ ਗਿਆ, ਇਹ ਅਜੇ ਵੀ ਹਲ ਵਾਹੀ ਜਾਂਦਾ ਹੈ। ਉਸ ਨੂੰ ਚੁੱਕ ਕੇ ਇੱਕ ਪਾਸੇ ਕਰ ਦਿੱਤਾ, ਨਾ ਰੋਇਆ ਨਾ ਕੁਛ ਕਿਹਾ, ਦੇਖਦਾ ਰਿਹਾ। ਉਸ ਤੋਂ ਬਾਅਦ ਇਸਨੇ ਕਿਹਾ ਕਿ ਭਾਈ ਮੈਂ ਤਾਂ ਫਲਾਣੀ ਨੂੰ ਮਿਲਣਾ ਹੈ, ਮੈਨੂੰ ਰਸਤਾ ਦੱਸ। ਹੁਣ ਉਹ ਆਦਮੀ ਕਹਿੰਦਾ ਇਸੇ ਪਿੰਡ ਵਿੱਚ ਰਹਿੰਦਾ ਹੈ, ਤੂੰ ਇਸ ਪਾਸੇ ਚਲਿਆ ਜਾਈਂ, ਸਾਡੇ ਘਰ ਕੋਲ ਦੀ ਲੰਘ ਕੇ ਜਾਣਾ ਹੈ। ਤੂੰ ਇਉਂ ਕਰੀ, ਆਹ ਸਾਡਾ ਘਰ ਹੈ, ਆਹ ਮੇਰਾ ਨਾਮ ਹੈ, ਮੇਰੇ ਘਰ ਤੋਂ ਸੁਨੇਹਾ ਦੇ ਦੀ ਮੇਰੀ ਨੌਂ ਨੂੰ ਕਿ ਸਾਡੇ ਦੋਨਾਂ ਦੀ ਰੋਟੀ ਲੈ ਕੇ ਉਸਨੇ ਆਉਣੀ ਸੀ। ਉਸ ਨੂੰ ਕਹਿ ਦੇਵੀਂ ਕਿ ਇੱਕ ਦੀ ਰੋਟੀ ਲੈ ਕੇ ਆਵੇ। ਹੁਣ ਉਹ ਆਦਮੀ ਚਲਿਆ ਗਿਆ। ਕੀ ਦਿਖਦਾ ਹੈ, ਉਸ ਨਗਰ ਤੋਂ ਬਾਹਰ ਇੱਕ ਬੀਬੀ ਪ੍ਰਸ਼ਾਦੇ ਲੈ ਕੇ ਘਰੋਂ ਬਾਹਰ ਆ ਰਹੀ ਸੀ। ਕਹਿਣ ਲੱਗਾ ਬੀਬੀ ਤੂੰ ਜਿਹੜੇ ਉਹ ਹਲ ਚਲਾਉਂਦੇ ਨੇ ਉਹਨਾਂ ਦੀ ਰੋਟੀ ਲੈ ਕੇ ਚੱਲੀ ਹੈ? ਕਹਿੰਦੀ ਹਾਂ ਵੀਰਾ ਮੈਂ ਉੱਥੇ ਚੱਲੀ ਹਾਂ। ਕਹਿੰਦਾ ਮੈਂ ਇੱਕ ਤੈਨੂੰ ਸੁਨੇਹਾ ਦੇਣਾ ਹੈ। ਕਹਿੰਦੀ ਹਾਂਜੀ ਦਿਓ ਸੁਨੇਹਾ। ਇਸਨੇ ਕਿਹਾ ਜਿਹੜਾ ਤੇਰਾ ਪਤੀ ਹੈ ਨਾ, ਇੰਨਾ ਕਹਿ ਕੇ ਚੁੱਪ ਕਰਨਾ, ਲੈਣਾ ਹੈ ਤੇ ਲਿਆ ਜਾਂਦਾ ਹੈ। ਜਿਹੜੇ ਗੁਰਮੁਖ ਪਿਆਰੇ ਨੇ, ਗੁਰੂ ਦੇ ਪਾਣੀ ਵਿੱਚ ਰਹਿੰਦੇ ਨੇ, ਸੋ ਸਿੱਖ ਸਖਾ ਬੰਤ ਬਹਿ ਭਾਈ, ਜੇ ਗੁਰੂ ਕੈ ਪਾਣੇ ਵਿੱਚ ਆਵੇ, ਆਪਣੇ ਪਾਣੇ ਚੱਲੇ ਭਾਈ, ਵਿਛੜ ਜੋ ਨਾ ਆਵੇ। ਪਾਣੇ ਦੋ ਨੇ, ਇੱਕ ਆਪਣਾ ਇੱਕ ਗੁਰੂ ਦਾ। ਜਿਹੜਾ ਗੁਰੂ ਦੇ ਭਾਣੇ ਵਿੱਚ ਰਹਿੰਦਾ ਭਾਈ ਉਹ ਤਾਂ ਹੈ ਗੁਰਮੁਖ, ਜਿਹੜਾ ਆਪਣੇ ਮਨ ਦੀ ਮਨਮਤ ਕਰਦਾ ਹੈ ਉਹ ਹੈ ਮਨਮੁਖ। ਸੋ ਆਪ ਗੁਰੂ ਦੀਆਂ ਸੰਗਤਾਂ, ਉਹ ਵਿਛੜੀ ਰੂਹ ਆਤਮਾ ਸਰਦਾਰ ਅਮਰ ਸਿੰਘ ਜੀ, ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਪਹੁੰਚੇ ਹੋ, ਕਿਉਂਕਿ ਇਹ ਪਰਿਵਾਰ ਕਾਫੀ ਸਮੇਂ ਤੋਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲਿਆਂ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਤਕਰੀਬਨ 20 ਸਾਲ ਤੋਂ ਇਸ ਪਰਿਵਾਰ ਦੇ ਨਾਲ ਪਿਆਰ ਬਣਿਆ ਹੈ ਕਿ ਜਦੋਂ ਵੀ ਆਉਣਾ ਇਸ ਪਰਿਵਾਰ ਦੇ ਗ੍ਰਹਿ ਵਿਖੇ ਸਰਦਾਰ ਅਮਰ ਸਿੰਘ ਹੋਣਾ ਨੇ ਬੜੀ ਨਿਮਰਤਾ ਦੇ ਨਾਲ ਖੁਸ਼ ਹੋ ਕੇ ਮਿਲਣਾ। ਅੱਜ ਉਹ ਮਹਾਨ ਸ਼ਖਸੀਅਤ
ਆਪਣੀ ਧਰਮ ਪਤਨੀ ਬੀਬੀ ਵੀਰਪਾਲ ਕੌਰ, ਉਹਨਾਂ ਦੇ ਸੁਪੁੱਤਰ ਗਗਨਦੀਪ ਸਿੰਘ ਸਰਾ, ਉਹਨਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ, ਸਰਦਾਰ ਅਮਰ ਸਿੰਘ ਦੀਆਂ ਸੁਪੁੱਤਰੀਆਂ ਬੀਬੀ ਚਰਨਜੀਤ ਕੌਰ, ਮਹਿੰਦਰ ਕੌਰ, ਇਹਨਾਂ ਦੇ ਪੋਤਰੇ ਜਪ ਸਿਮਰਤ ਸਿੰਘ, ਗੁਰਨਵਾਜ ਸਿੰਘ, ਇਹਨਾਂ ਦੇ ਭਰਾ ਮਾਸਟਰ ਇਕਬਾਲ ਸਿੰਘ ਜੀ। ਅੱਜ ਉਹ ਸਾਰੇ ਪਰਿਵਾਰ ਨੂੰ ਵਿਛੋੜਾ ਦੇ ਗਏ, ਕਿਉਂਕਿ ਜਿਸ ਬਾਗ ਦੇ ਵਿੱਚ ਕੋਈ ਖੁਸ਼ਬੂਦਾਰ ਬੂਟਾ ਲੱਗਿਆ ਹੋਵੇਗਾ ਤੇ ਜਦੋਂ ਉਹ ਬੂਟਾ ਬਾਗ ਦੇ ਵਿੱਚੋਂ ਪੁੱਟਿਆ ਜਾਵੇ, ਮੁਰਝਾ ਜਾਵੇ, ਉਸ ਬਾਗ ਦੇ ਵਿੱਚ ਰਹਿਣ ਵਾਲੇ ਮਾਲੀ ਨੂੰ ਜਾਂ ਕੋਲ ਦੀ ਲੰਘਣ ਵਾਲੇ ਨੂੰ ਪਤਾ ਹੁੰਦਾ ਸੀ ਕਿ ਉਸ ਬੂਟੇ ਦੀ ਕਿਤਨੀ ਖੁਸ਼ਬੂ ਸੀ। ਅੱਜ ਉਹ ਪਰਿਵਾਰ ਦੇ ਵਿੱਚੋਂ ਖੁਸ਼ਬੂਦਾਰ ਬੂਟਾ ਚਲਿਆ ਗਿਆ ਹੈ। ਇਹ ਭਾਣਾ ਹੈ ਅਕਾਲ ਪੁਰਖ ਦਾ, ਤੇਰਾ ਕੀਆ ਮਿੱਠਾ ਲੱਗੈ ਅਨਾਮ ਪਦਾਰਥ ਨਾਮ ਕਮਾਉ। ਉਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੈ। ਭਾਣੇ ਦੇ ਅੱਗੇ ਕੋਈ ਜ਼ੋਰ ਨਹੀਂ, ਇਹ ਮਿੱਠਾ ਕਰਕੇ ਮੰਨਣਾ ਪੈਣਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਉਹ ਵਿਛੜੀ ਰੂਹ ਆਤਮਾ ਸਰਦਾਰ ਅਮਰ ਸਿੰਘ ਜੀ ਸਰਾ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਸਾਰੇ ਹੀ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ਿਸ਼ ਕਰਨ। ਸਾਰਾ ਪਰਿਵਾਰ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ, ਕਿਉਂਕਿ ਸਾਧ ਸੰਗ ਧਰਮ ਰਾਏ ਕਰੇ ਸੇਵਾ। ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪ੍ਰਮਾਣ ਕਰ ਦਿੱਤਾ ਕਿ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਸੰਗੀ ਹੁੰਦੇ ਨੇ ਨਾ, ਉਹਨਾਂ ਦਾ ਧਰਮ ਰਾਜਾ ਵੀ ਸੇਵਾਦਾਰ ਬਣ ਜਾਂਦਾ ਹੈ। ਬਾਬਾ ਅਨੰਦ ਸਿੰਘ ਮਹਾਰਾਜ ਜੀ ਦੇ ਬਚਨ ਨੇ ਕਿ ਜੋ ਵੀ ਸੰਗੀ ਇੱਕ ਵਾਰ ਨਾਨਕਸਰ ਆ ਗਿਆ, ਉਸ ਨੂੰ ਨਰਕਾਂ ਦੇ ਵਿੱਚ ਨਹੀਂ ਜਾਣ ਦੇਵਾਂਗੇ। ਇੱਥੇ ਤੱਕ ਕਹਿ ਦਿੱਤਾ ਬਾਬਾ ਜੀ ਨੇ ਕਿ ਜੇ ਕੋਈ ਜਾਨਵਰ ਵੀ ਨਾਨਕਸਰ ਦੇ ਉੱਪਰ ਦੀ ਲੰਘ ਜਾਵੇਗਾ, ਉਸ ਨੂੰ ਵੀ ਇੱਕ ਵਾਰ ਮਨੁੱਖਾ ਜਨਮ ਮਿਲੇਗਾ। ਕੋ ਸਤਨਾਮ ਸ੍ਰੀ ਵਾਹਿਗੁਰੂ ਜੀ। ਤੇ ਜਿਹੜਾ ਸੰਗੀ ਜੀ ਆਸੂ ਕੋਈ ਰੋਹ ਨਾਨਕਸਰ ਚਲੀ ਗਈ, ਉਸ ਨੂੰ ਨਰਕਾਂ ਦੇ ਵਿੱਚ ਨਹੀਂ ਜਾਣ ਦੇਵਾਂਗੇ। ਬਾਬਾ ਜੀ ਕਹਿੰਦੇ ਉਸ ਨੂੰ ਫੇਰ ਜਨਮ ਮਿਲੇਗਾ ਪਰਮੇਸ਼ਰ ਦਾ ਨਾਮ ਜਪਣ ਵਾਸਤੇ। ਸੋ ਕੋਈ ਪਰਿਵਾਰ ਕਾਫੀ ਸਮੇਂ ਤੋਂ ਨਾਨਕਸਰ ਸੰਪਰਦਾਇ ਦੇ ਨਾਲ ਜੁੜਿਆ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜੀ ਰੱਖਣ। ਦਰੋ ਕਰੋ ਨਾਮਦਾਨ ਬਖਸ਼ਿਸ਼ ਕਰਨ। ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਸਭ ਨੂੰ ਦਰੋ ਕਰੋ ਨਾਮਦਾਨ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਇੱਕ ਸਿੱਧੀ ਧਾਰਨਾ ਪੜ੍ਹ ਕੇ ਉਸ ਤੋਂ ਬਾਅਦ ਸਮਾਪਤੀ ਕਰਾਂਗੇ, ਕਿਉਂਕਿ ਕਈ ਵਾਰੀ ਇਨਸਾਨ ਕਹਿ ਦਿੰਦਾ ਹੈ ਕਿ ਆਹ ਸਮਾਂ ਲੰਘ ਜਾਵੇ, ਉਹ ਸਮਾਂ ਲੰਘ ਜਾਵੇ, ਫਿਰ ਮੈਂ ਅੰਮ੍ਰਿਤ ਪਾਨ ਕਰ ਲਵਾਂਗਾ, ਜਾਂ ਉਹ ਰੁੱਤ ਆ ਜਾਵੇ ਫਿਰ ਮੈਂ ਨਾਮ ਜਪ ਲਵਾਂਗਾ। ਸਤਿਗੁਰੂ ਜੀ ਕਹਿੰਦੇ ਨੇ ਸਭੇ ਰੁੱਤੀ ਚੰਗੀਆਂ ਜਿਤ ਪ੍ਰਭ ਆਵੇ ਚਿਤ। ਐ ਜੀਵ, ਰੁੱਤਾਂ ਸਾਰੀਆਂ ਹੀ ਚੰਗੀਆਂ ਨੇ, ਜਦੋਂ ਵੀ ਮਰਜੀ ਨਾਮ ਜਪ ਲਈ। ਰੁੱਤਾਂ ਸਾਰੀਆਂ ਚੰਗੀਆਂ ਨੇ। ਐ ਜੀਵ, ਇਹ ਰੁੱਤਾਂ ਤਾਂ ਬਦਲ ਕੇ ਆਉਣੀਆਂ ਨੇ, ਤੂੰ ਵਾਰ-ਵਾਰ ਸੰਸਾਰ ਦੀ ਨਹੀਂ ਆਉਣਾ। ਆਓ ਸਾਰੇ ਜਪ ਲਈਏ। ਰੁੱਤਾਂ ਬਦਲ ਕੇ ਆਉਣੀਆਂ ਬੰਦਿਆ, ਤੂੰ ਵਰ ਕੇ ਨਹੀਂ ਆਉਣਾ। ਰੁੱਤਾਂ ਬਦਲ ਕੇ ਆਉਣੀਆਂ ਬੰਦਿਆ, ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਬਦਲ ਕੇ ਆਉਣੀਆਂ ਬੰਦਿਆ, ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਬਦਲ ਕੇ ਆਉਣੀਆਂ ਬੰਦਿਆ, ਤੂੰ ਮੁੜ ਕੇ ਨਹੀਂ ਆਉਣਾ। ਬਦਲ ਕੇ ਆਉਣੀਆਂ ਬੰਦਿਆ, ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਬਦਲ ਕੇ ਆਉਣੀਆਂ ਬੰਦਿਆ, ਤੂੰ ਮੁੜ ਕੇ ਨਹੀਂ ਆਉਣਾ। ਰੁੱਤਾਂ ਬਦਲ ਕੇ ਆਉਣੀਆਂ ਬੰਦਿਆ, ਤੂੰ ਮੁੜ
ਸਦਾ ਰੋਹਾਲੇ ਮੇਰੇ ਲੋਕ ਸਭ ਸਾਨਾ ਮਾਰੋ ਕਰੇ ਤੇਰਾ ਕਾਲ ਸਰਵਾਰਨਾ ਨਾਮ ਸਮਰਤ ਸੁਆਮੀ ਸੋਗ ਮਨ ਹਮਸਾਰੇ ਜੈ ਨਾਨਕ ਮਨ ਮੇ ਸਦਾ ਰੋਹਾਲੇ ਸਾਥ ਸੰਵਾਦ ਨਹੀਂ ਕਰਤੇ ਰਹਿ ਤਤੇ ਕੁਪਜੈ ਤੇਰੇ ਕੁਪਾਵੇ ਸਦਾ ਸਿਧ ਸਦਾ ਦੀ ਮਾਨ ਮਨ ਵਸਾਵੇ ਨਾਮੀ ਤੇ ਮਨ ਵਸਿਆ ਵਚ ਸੁਖ ਮੇਰੇ ਨਾਮ ਸਤਿ ਸੰਗਿਆ ਨਹੀਂ ਕਰਤੇ ਸਤਿ ਨਾਮ ਮੇਰਾ ਆਧਾਰ ਆਜਨਾ ਵੀ ਉਤਾਰ ਮੇਰਾ ਦੁੱਖਾਂ ਦਾ ਖੁਆਇਆ ਸਾਧ ਸੁਖਮਾਨ ਉਤਰਾ ਜਿਨ ਸਭ ਜਾਣਿਆ ਸਦਾ ਵਟ ਤੇਰੀ ਕੋ ਜੀਏ ਵੜਿਆਇਆ ਨਾਮ ਸੁਣੋ ਸੰਤੋ ਸਦ ਕਰੋ ਆਰੋ ਸਤਿ ਨਾਮ ਮੇਰਾ ਆਧਾਰ ਰੱਖੇ ਅੰਦਰ ਤੇ ਅਰਥਵਾ ਕੇ ਤੰਤਵਾ ਕੇ ਤੰਤਵਾ ਮੀ ਕਲਰ ਪਤਾਇਆ ਪੰਜ ਦੋਨ ਤਦ ਵਸੀ ਗੀਤੇ ਬਾਹਰ ਨੰਦ ਮਾਰਿਆ ਕਰੇ ਪਿਆ ਤੁਮ ਕੇ ਨਾਮ ਕੇ ਲਾਗੇ ਨਾਨਕ ਕੈਸੋ ਹੋਵੇ ਆਨੰਦ ਵਾਟੇ ਅਨੰਦ ਸੁਣ ਵਟ ਪਾਗਿਓ ਸਿਮ ਵਟ ਪੂਰੇ ਪਾਰ ਬ੍ਰਹਮਾ ਪਾਇਆ ਤੇਰੇ ਸਤ ਤਵੇ ਸੋਵੇ ਦੋਗੋ ਸੰਕਾਰੀ ਉਤਰੇ ਕੋੜੀ ਸੱਚੀ ਬਾਣੀ ਸੰਤ ਸਤ ਭਏ ਸਰਸੇ ਪੂਰੇ ਬੁੱਧ ਜਾਣੀ ਦੇਖੀ ਕਦੇ ਕਰਨ ਪਰੇ ਅਬ ਤੋਰਿਆ ਨਾਨਕ ਚਰਨ ਲਾਗੇ ਬਾਕੀ ਅਨਹਦ ਦੂਰੇ ਤੁਮੇ ਬੜੀ ਕਦੇ ਬਨ ਪਰੇ ਅਬ ਪੂਰੇ ਪਰਮਾਤਮਾ ਗੁਰਦਾਈ ਲਾਗੇ ਬਾਜਿਆ ਪੂਰੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਲਾਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਦਿਵਸ ਰਾਤ ਦੇ ਲਾਈ ਗਾਇਆ ਕਿਤਾ ਸਗਲ ਜਾਗਿਤ ਚੰਗਿਆਈਆਂ ਬੁਰੀਆਈਆਂ ਵਾਚਾ ਧਰਮ ਦੂਰ ਕਰਨੀ ਆਪੋ ਆਪਣੀ ਇਹਨੇ ਰਹਿ ਦੂਰ ਜਿੰਨੇ ਨਾਮ ਧਿਆਇਆ ਗਈ ਮਸਾਕੀ ਪ੍ਰਕਾਰ ਮਾਣਿਕ ਦੇ ਮੁਖ ਟੂਟਲੇ ਇਹਦੀ ਛੋਟੀ ਨਾਲ ਜਿੰਨੇ ਨਾਮ ਧਿਆਇਆ ਗਈ ਮਸਾਕੀ ਪ੍ਰਕਾਰ ਮਾਣਿਕ ਦੇ ਮੁਖ ਟੂਟਲੇ ਇਹਦੀ ਛੋਟੀ ਨਾਲ ਆਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਆਸ ਮਾਤ ਪਿਤਾ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਖ ਖੰਡੇਰੇ ਹੋਏ ਨਦਾਨ ਤੁਮਰਾ ਅੰਤ ਉਚੇ ਤੇ ਊਚਾ ਭਗਵੰਤ ਸਗਲ ਸਮਗਰੇ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੇ ਗਾਤਾ ਮੈਂ ਤਾ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ 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 ਏਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਸ਼ੇ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਾਈਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਮੀ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਸ਼੍ਰੀ ਹਰਿਕ੍ਰਿਸ਼ਨ ਦੇ ਆਇਆ ਜਸ ਡਠਾ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਿ ਆਵੈ ਤਾਈ ਸਭ ਤਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਤਾਈ ਹੋਏ ਸਹਾਈ। ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ
ਵੰਡ ਕੇ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਅੰਡੜ ਕੀਤਾ। ਤਿਨਾ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਘਟਾਏ, ਗੋਪਰੀਆਂ ਲੋਹਾਈਆਂ ਤੇ ਰੱਖੜੀਆਂ ਤੇ ਚੜੇ ਤਾਨਾਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿਨਾਂ ਪਿਆਰਿਆਂ ਸਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਹੀ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਹੀ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਿ ਆਵੈ ਜਿਤਿ ਆਵਣ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਤ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤਾ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗਾ ਟਾਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਜੀ। ਇਹ ਮਾਣਿਆਂ ਦੇ ਮਾਣ ਗੁਰੂ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੇ ਓਟ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪ੍ਰਾਰਥਨਾ ਜੋਦਰੀ ਹੈ ਤੇ ਪਾਤਸ਼ਾਹ ਜੀਓ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਈ, ਘੱਲੇ ਆਵੇ ਨਾਨਕਾ ਸਦੇ ਉਠੀ ਜਾਹੇ ਦੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਦਰ ਕਰਦੇ ਸੇਵਕਾ ਭਾਈ ਸੋ ਭਾਈ ਅਮਰ ਸਿੰਘ ਭਾਈ, ਜਿਨੇ ਆਪ ਜੋ ਬਖਸ਼ੀ ਸੀ ਉਸ ਨੂੰ ਭੋਗਦੇ ਹੋਏ ਸੱਚੇ ਪਾਤਸ਼ਾਹ ਜੀਓ। ਕੁਝ ਦਿਨ ਪਹਿਲਾਂ ਚੜ੍ਹਾਈ ਕਰ ਗਏ ਸਨ ਸੱਚੇ ਪਾਤਸ਼ਾਹ ਜੀਓ। ਉਹਨਾਂ ਦੀ ਵਿਛੜੀ ਹੋਈ ਰੂਹ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਨੇ ਇਕੱਤਰ ਹੋ ਕਰਕੇ ਧੰਨ ਧੰਨ ਬਾਬਾ ਸ਼ੇਖਪੁਰੀ ਜੀ ਦੇ ਪਵਿੱਤਰ ਸਥਾਨਾਂ ਤੇ ਕਥਾ ਕੀਰਤਨਾਂ ਵਿਚਾਰਾਂ ਹੋਈਆਂ ਹਨ ਸੱਚੇ ਪਾਤਸ਼ਾਹ ਜੀਓ। ਪੜ੍ਹੀ ਹੋਈ ਬਾਣੀ ਦਾ ਭਾਵ ਭਾਈ ਸੋ ਭਾਈ ਅਮਰ ਸਿੰਘ ਦੀ ਵਿਛੜੀ ਹੋਈ ਰੂਹ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿਛਲੇ ਸਮੂਹ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀਓ। ਸਮੂਹ ਹੀ ਪਰਿਵਾਰ ਦੇ ਵੱਲੋਂ ਆਪ ਜੀ ਦੇ ਉੱਪਰ ਸੁੰਦਰ ਰੁਮਾਲੇ ਪੈਸਾਕੇ ਪਹਿਨਾਏ ਗਏ ਹਨ ਜੀ। ਅੰਗੀਕਾਰ ਕਰਨੇ ਲੋਕ ਪਰਲੋਕ ਵੇ ਦੇ ਵਿੱਚ ਲਾਜਾਂ ਰੱਖਣੀਆਂ, ਅੰਗ ਸੰਗ ਸਹਾਈ ਹੋਣਾ ਸੱਚੇ ਪਾਤਸ਼ਾਹ ਜੀਓ। ਸਮੂਹ ਪਰਿਵਾਰ ਦੇ ਵੱਲੋਂ ਦੇਖ ਸਜਾ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਆਪ ਜੀ ਦਾ ਪ੍ਰਸ਼ਾਦ ਸਕੇ। ਸਵਾਸ ਸਵਾਸ ਸਾਹਿਬ ਦਾ ਨਾਮ ਜਪੇ ਕਿਰਪਾ ਕਰੋ, ਮਿਹਰ ਕਰੋ, ਅਲਾਹੀ ਹੁਕਮਨਾਮੇ ਬਖਸ਼ੋ। ਹੁਕਮਨਾਮੇ ਦੇ ਅਨੁਸਾਰ ਚੱਲਣ ਦੀ ਸਮਰੱਥਾ ਮਤ ਬੁੱਧ ਬਖਸ਼ਣੀ ਜੀ। ਸਹੀ ਪਿਆਰੇ ਮੇਲ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਪਵਿੱਤਰ ਨਾਮ ਚਿਤੇ ਆਵੈ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੋਹਰਾ ਗਿਆ ਪਈਆ ਕਾਲ ਕੀ ਤਬੇ ਚਲਾਇਓ ਕੰਠ, ਸਭ ਸੇ ਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਕੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਹੋਏ, ਵਾਰ ਹੋਏ ਸਾ ਮਿਲਣਗੇ ਬਤਾ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੈ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੈ,
ਸਤਨਾਮ ਵਾਹਿਗੁਰੂ। ਵੀ ਮੌਤ ਨੂੰ ਬਹੁਤ ਦੂਰ ਸਮਝਦਾ ਹੈ। ਵਰਦਾਨੀ ਬਾਲਿਆ ਤੂੰ ਦੱਸ ਮੌਤ ਕਿੰਨੀ ਕੁ ਦੂਰ ਹੈ। ਬਾਲਾ ਕਿਉਂ ਲਗਾ ਮਹਾਰਾਜ ਚਾਰ ਪਹਿਰ ਰਾਜ ਸੁਖ ਦੀ ਬਤੀਤ ਹੋਈ ਹੈ, ਚਾਰ ਫਿਰ ਦਿਨ ਪਤਾ ਨਹੀਂ ਕਿਹੋ ਜਿਹਾ ਬਤੀਤ ਹੋਣਾ ਹੈ। ਸਤਿਗੁਰੂ ਜੀ ਕਹਿੰਦੇ ਬਾਲਿਆ ਤੂੰ ਵੀ ਮੌਤ ਨੂੰ ਬਹੁਤ ਦੂਰ ਸਮਝਦਾ ਹੈ। ਤਾਂ ਭਾਈ ਬਾਲੇ ਤੇ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ, ਫਿਰ ਆਪ ਦੱਸੋ ਮੌਤ ਕਿੰਨੀ ਕੁ ਦੂਰ ਹੈ। ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਸੀ ਹਮ ਆਦਮੀ ਹਾਂ ਇੱਕ ਦਮੀ ਅੱਛਾ ਮੁਹਲਤ ਮੋਹਤ ਜੀਓ ਨਾ ਜੀ ਜਾਣਾ। ਰਿਚਾਰਜ ਕਰਾਜ ਦੇ 50 ਵਾਲੇ ਨੰਬਰ ਤੇ ਇੱਕਦਮ ਫੋਨ ਨਾਲ ਹੀ ਸਾਨੂੰ ਦੋਨਾਂ ਨੂੰ ਕਿਸੇ ਨੂੰ ਵੀ ਜਿਹੜਾ ਆਪਣੇ ਸਰੀਰ ਦੇ ਵਿੱਚੋਂ ਇੱਕ ਗਿੱਠ ਦੇ 4 ਉਂਗਲ ਬਾਹਰ ਆਉਂਦਾ ਹੈ ਨਾ, ਬਸ ਮੌਤ ਤਾਂ ਇੰਨੀ ਕੁ ਦੂਰ ਹੈ, ਨਿਰੰਕਾਰ ਦੇ ਵਸ ਵਿੱਚ ਹੈ ਕਿ ਦੁਬਾਰਾ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਹੋਣਾ ਹੈ ਜਾਂ ਨਹੀਂ ਹੋਣਾ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਸਹਿਜਕਿਰਤ ਦੀ ਬਾਣੀ ਦੇ ਵਿੱਚ ਕਾਜ ਕੋਟੰ ਚੰਤ ਤੋਯੰ ਲੇਖਨੰ ਰਕਤ ਚਰਮਨ ਹੈ। ਕਾਜ ਕੋਟਨ ਕੱਚਾ ਕੋਟਾ ਰਕਤ ਲਹੂ ਨੂੰ ਦੱਸਿਆ, ਚਰਮ ਨੇ ਚਮ ਨੂੰ ਕਿਹਾ ਹੈ। ਇਹ ਸਵਾਸਾਂ ਰੂਪੀ ਪਿੰਜਰ ਦਾ ਕੱਚਾ ਕੋਟਾ ਲਹੂ ਤੇ ਚਮ ਦੇ ਨਾਲ WhatsApp ਤੇ ਲੱਗਿਆ ਮੈਸੇਜ ਹੋਇਆ ਕੀਤਾ ਹੈ। ਜੀਓ ਦੇ ਵਿੱਚ ਰੀਚਾਰਜ ਕਰਾ ਦੀ ਤੋਂ ਆਰਾਮ ਤੋਂ ਪੈਸੇ ਲੈ ਜਾ। ਜਿਵੇਂ ਕੱਚਾ ਕੋਟਾ ਅਸਾਰ ਦੀ ਉਸ ਦੀ ਕੋਈ ਮਨਿਆਤ ਨਹੀਂ, ਇਸੇ ਤਰ੍ਹਾਂ ਇਹ ਸਰੀਰ ਰੂਪੀ ਪਿੰਜਰ ਦਾ ਕੱਚਾ ਕੋਠਾ ਲਹੂ ਤੇ ਚਮ ਦੇ ਨਾਲ ਲੱਗਿਆ ਹੋਇਆ ਹੈ। ਊਕ ਕਢਾਏ ਕਹਿ ਪਾਵੇ, ਇਸ ਦੀ ਕੋਈ ਮਨਿਆਤ ਨਹੀਂ। ਊਕ ਨਿਕਲ ਗਈ ਪੈ ਪਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਇਹ ਜੋ ਸੰਸਾਰ ਦੇਖਦੇ ਹਾਂ ਇਸ ਵਿੱਚ ਕਿੰਨੇ ਜੀਵ ਪਸ਼ੂ ਪੰਛੀ ਮਨੁੱਖ ਆਉਂਦੇ ਤੇ ਚੋਰੀ ਜਾਂਦੇ ਹਨ ਕਿ ਕਾਇਆ ਕੀ ਨਾ ਮੌਤ ਦਾ ਭਾਰਾ ਸਾਰਾ ਦੀ ਨਾਮ ਖਸਮ ਨੂੰ ਇਸ ਸੰਸਾਰ ਨੂੰ ਜੀਵੋ ਸਿੱਧਾ ਕਰਨਾ ਸਿੱਧੇ ਰਾਹ ਪਾਵੇ ਜੋ ਚੰਗਾ ਬਣਾਉਣਾ ਸੀ ਗੁਰੂ ਜਨ ਮਹਾਂਪੁਰਖ ਤੋਂ ਰੇਸ਼ ਕਰਦਾ ਉਸ ਦੀ ਉਦੇਸ਼ਾਂ ਉੱਤੇ ਅਮਲ ਕਰਨਾ ਗਿਆਨ ਸਮਣ ਜੀਵ ਆਤਮਾ ਹੋਈ ਗਿਆਨ ਸੁਣ ਕੇ ਅਮਲ ਕਰਨਾ ਵੀਰੇ WhatsApp ਖੋਲ ਲਾ ਯਾਰ, ਨਹੀਂ ਦੇਖਦਾ ਪਿਆ ਫੋਨ ਮੇਰਾ ਤਾਂ ਹੈਂਗਰ ਤੇ ਟੰਗਿਆ ਹੋਇਆ, ਮੈਨੂੰ ਸੁਣਦਾ ਨਹੀਂ ਕਰੋ।
ਮੈਂ ਕਿਹਾ ਕੋਈ ਨਹੀਂ, ਮੈਂ ਆਉਂਗਾ, ਪਤਾ ਹੀ ਨਹੀਂ ਕੋਈ ਮੇਲਾ ਹੋਣਾ ਹੀ। ਪਤਾ ਨਹੀਂ ਲੱਗਦਾ ਮੌਤਾਂ ਦਾ। ਇਹੋ ਜਿਹਾ ਮੁੰਡਾ ਆਪਣੇ ਪਿੰਡ ਦੇ ਉੱਪਰ ਹੀ ਰਹਿੰਦੇ ਗਊਸ਼ਾਲਾ ਕੋਲੇ, ਪਰਸੋਂ ਦੀ ਗੱਲ, ਇੱਕ ਮੁੰਡਾ ਪਿੱਛੇ। ਹਾਂ ਬਾਈ, ਕੋਈ ਗੱਲ ਨਹੀਂ। ਇੱਕ ਆਪਣੀਆਂ ਹੈਗੀਆਂ ਜਾਲੀਆਂ ਦੂਜੀਆਂ ਬਾਈ, ਡਾਲੇ ਲਾ ਕੇ ਲੱਗਦੀਆਂ ਸਾਰੀਆਂ। ਥੱਲੇ ਤੱਕ ਹੀ ਬਣਾਈਆਂ ਮੈਂ ਡਾਲੇ ਵੀ ਡਾਲੇ। ਪੈਸੇ ਦੇਣੇ ਓਏ ਭਰਾ ਉਧਰੋਂ ਆਉਂਦਾ ਇਹ ਮੰਮੀ ਹੈ ਨਹੀਂ ਕਰੇ ਯਾਰ ਇੱਥੇ ਦੌੜਾਉਂ ਬਾਹਰ ਵੀ ਦੌੜਾਉਂ। ਹਾਂ ਸਕੂਲੇ ਗਈ ਕੀ ਹੋਵੇ ਇੱਥੇ ਬੰਦੇ ਨੂੰ ਆਉਂਦੀ ਨਹੀਂ ਕਿਵੇਂ। ਚੱਲਦਾ ਸੀ 15 ਸਾਲ ਹੋ ਗਏ। ਮੈਂ ਰਾਜੀਨਾਮਾ ਕਰਾ ਦਿੱਤਾ, ਦੋ ਵੇਲੇ ਦੀਆਂ ਵੋਟਾਂ ਪਈਆਂ 10 ਮਿੰਟ ਆਹ ਪੈਂਚਾਂ ਵੀ ਤੀਸਰੇ ਗੁਰੂ ਮੈਂ ਜਾ ਕੇ ਤੇ ਫਿਰ ਨਹੀਂ ਫੇਰ ਆਉਂ ਜਾਊਂਗਾ। ਚਾਹ ਇੱਧਰ ਰਹੀ ਆਪਣੇ ਤਿਆਰ ਗੱਲ ਦਾ ਸਵਾਲ ਲਿਖੇ ਨਾਲ ਹੀ ਮੁਖ ਦੇ ਵਿੱਚੋਂ ਐਸਾ ਸ਼ਬਦ ਪੜਦੇ ਨੇ, ਰੱਬ
प्रभ सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। प्रभ सब किछ तेरा जी, प्रभ सब किछ तेरा जी। प्रभ सब किछ तेरा जी, प्रभ सब किछ तेरा जी। प्रभ सब किछ तेरा जी, प्रभ सब किछ तेरा जी। प्रभ सब किछ तेरा जी, प्रभ सब किछ तेरा जी। प्रभ सब किछ तेरा जी, मैं किछ नाही, मैं किछ नाही। सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। प्रभ सब किछ तेरा जी, मैं किछ नाही, मैं किछ नाही। मैं नाही प्रभ सब किछ तेरा, इंगै निर्गुण ਉਂਗੈ ਸਰਗੁਣ ਕੀਲ ਕਰਤ ਵਿੱਚ ਸੁਆਮੀ ਮੇਰਾ। ਭਾਈ ਭਿਖਾਰੀ ਜੀ ਐਸਾ ਸ਼ਬਦ ਪੜ੍ਹਦੇ ਨੇ, हे ਅਕਾਲ ਪੁਰਖ ਵਾਹਿਗੁਰੂ, ਮੇਰਾ ਸੰਸਾਰ ਦੇ ਵਿੱਚ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ਹੈ। ਭਾਈ ਗੁਰਮੁਖ ਦੇਖਦਾ ਹੈ ਘਰ ਵਿੱਚ ਕਲੀਨ ਵਿਛੇ ਹੋਏ ਨੇ, ਬਹੁਤ ਵਧੀਆ ਘਰ ਹੈ, ਪਰ ਕੀ ਦੇਖਦਾ ਹੈ ਕਿ ਭਾਈ ਭਿਖਾਰੀ ਮੋਟਾ ਸਾਰਾ ਧਾਗਾ ਲੈ ਕੇ ਇੱਕ ਤੱਪੜ ਸਿਉਂ ਰਹੀ ਨੇ। ਜਿੱਥੋਂ ਫਟਿਆ ਹੋਇਆ ਉੱਥੇ ਟਾਕੀਆਂ ਲਾ ਰਹੀ ਨੇ। ਗੁਰਮੁਖ ਦੇਖਦਾ ਰਿਹਾ, ਹੈਰਾਨ ਹੁੰਦਾ ਹੈ ਕਿ ਐਡਾ ਅਮੀਰ ਆਦਮੀ ਹੈ, ਇਹ ਕੀ ਕੰਮ ਕਰ ਰਿਹਾ ਹੈ। ਨਾਲ ਦੀ ਨਾਲ ਨਿਗਾਹ ਪਈ ਤਾਂ ਕੀ ਦੇਖਿਆ, ਪਲੰਘ ਦੇ ਥੱਲੇ ਇੱਕ ਕਾਨਿਆਂ ਦਾ ਪੋਲਾ ਪਿਆ ਹੈ, ਇੱਕ ਕੋਰਾ ਘੜਾ ਪਿਆ ਸੀ, ਇੱਕ ਆਰਤੀ ਪਈ ਸੀ। ਭਾਈ ਗੁਰਮੁਖ ਨੇ ਸਮਝਿਆ ਆਹ ਤਾਂ ਮਿਰਤਕ ਦਾ ਸਮਾਨ ਪਿਆ, ਜਿਸ ਨੂੰ ਦੇਖ ਕੇ ਆਮ ਬੰਦਾ ਡਰ ਜਾਂਦਾ ਹੈ। ਭਾਵੇਂ ਮਰਨਾ ਸੱਚ ਹੈ, ਪਰ ਡਰਦੇ ਹਾਂ ਅਸੀਂ ਕਿ ਦੇਖੀ ਕਿਤੇ ਹੁਣੇ ਮੌਤ ਨਾ ਆ ਜਾਵੇ। ਜਿਹੜਾ ਬਹੁਤ ਬਿਮਾਰ ਹੋਵੇ ਉਹ ਵੀ ਡਰਦਾ ਹੈ ਕਿ ਅਜੇ ਨਾ ਆਵੇ ਮੌਤ, ਅਜੇ ਮੈਨੂੰ ਆਸ ਹੈ ਕਿ ਸ਼ਾਇਦ ਮੈਂ ਰਾਜੀ ਹੋ ਜਾਵਾਂ। ਸੋ ਇੱਕ ਪਾਸੇ ਅੰਦਰ ਗੀਤ ਗਾਏ ਜਾ ਰਹੇ ਨੇ, ਭਜਨ ਗਾਏ ਜਾ ਰਹੇ ਸਨ, ਸ਼ਬਦ ਪੜ੍ਹੇ ਜਾ ਰਹੇ ਸੀ, ਮਠਿਆਈਆਂ ਪੱਕ ਰਹੀਆਂ ਨੇ, ਤੇ ਦੂਸਰੇ ਦਿਨ ਭਾਈ ਗੁਰਮੁਖ ਨੂੰ ਭਾਈ ਭਿਖਾਰੀ ਜੀ ਨੇ ਕਿਹਾ ਕਿ ਭਾਈ ਗੁਰਮੁਖ ਜੀ, ਲੜਕੀ ਦੀ ਸ਼ਾਦੀ ਹੈ, ਆਪਾਂ ਲੜਕੀ ਨੂੰ ਵਿਆਹ ਦੇਈਏ, ਤੁਸੀਂ ਵੀ ਨਾਲ ਚੱਲੋ ਬਰਾਤ। ਬੜੀਆਂ ਚਾਵਾਂ ਲਾਡਾਂ ਦੇ ਨਾਲ ਲੜਕੀ ਦੀ ਬਰਾਤ ਚੜੀ ਹੈ। ਸਾਰਾ ਕਾਰਜ ਹੋ ਗਿਆ। ਵਿਆਹਣ ਤੋਂ ਬਾਅਦ ਰਸਤੇ ਵਿੱਚ ਲੜਕੀ ਦੇ ਐਸਾ ਦਰਦ ਹੋਇਆ ਕਿ ਉਸ ਦੀ ਮੌਤ ਹੋ ਗਈ। ਭਾਈ ਭਿਖਾਰੀ ਦੇ ਘਰ ਖੁਸ਼ੀ ਵੀ ਆਈ ਤੇ ਗਮੀ ਵੀ ਪਾਈ, ਪਰ ਜਿਸ ਤਰ੍ਹਾਂ ਪੈਦਾ ਸੀ ਉਸੇ ਤਰ੍ਹਾਂ ਰਹੇ ਨੇ ਭਾਈ ਭਿਖਾਰੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ,
प्रभु की आज्ञा जी सत्कार माने सत्कार माने 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 प्रभु की आज्ञा जी 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 सत्कार माने सत्कार माने 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 प्रभु की आज्ञा आत्म हितावे जीवन मुक्त सोग कहावे तैसा हर्क तैसा अस सोग सदा आनंद है नहीं वियोग तैसा स्वर्ण तैसी उस माटी तैसा अमर तैसी बिक खाटी तैसा मान तैसा अमान तैसा रंग तैसा राजान जो वरताए साई जुगत नानक ओहो पुरख कहिया जीवन मुक्त गुरमुखां की अवस्था महाराज तीन बार कहा कि हौसला ना पवे कि तेरा पति मृत्यु हो गया वो लड़की कहती कि वो मृत्यु हो गया कहता हाँ लड़की कहती फिर की स्नेहा कहता ਤੁਹਾਡੇ ਬਜ਼ੁਰਗਾਂ ਨੇ स्नेहा ਦਿੱਤਾ है कि मेरे इकल्ले ਦੀ ਰੋਟੀ ਲਿਆਵੇ कहने लगी ठीक है मैनू भी भुख लगी सी मैं अपनी रोटी इत्थे ही बैठ के खा लेंदी हाँ वो रास्ते ਦੇ ਵਿੱਚ बैठ के प्रसादा छकण लग गई उस आदमी ने सोचा है कि ਇਹ ਤਾਂ ਪੱਥਰਾਂ ਦੇ ਬਣੇ ਹੋਏ ਤੇ ਬੰਦੇ ਨੇ ਇਹੋ ਜਿਹੇ ਮਾੜੇ ਬੰਦੇ ਪੁੱਤਰ ਮਰ ਜਾਏ ਪਿਤਾ ਹਲ ਵਾਹੀ ਜਾਂਦਾ ਹੈ ਇਸ ਦਾ ਪਤੀ ਮ੍ਰਿਤੂ ਹੋ ਗਿਆ ਤੇ ਇਹ ਰੋਟੀ ਖਾਣ ਲੱਗ ਪਈ ਇਹ ਬੜਾ ਅਫਸੋਸ ਹੋਇਆ ਇਸ ਦੇ ਮਨ ਵਿੱਚ ਉਹਨੇ ਆਪ ਪ੍ਰਸ਼ਾਦਾ ਛਕਿਆ ਤੇ ਆਪਣੇ ਪਿਤਾ ਦਾ ਪ੍ਰਸ਼ਾਦਾ ਲੈ ਕੇ ਤੁਰ ਪਈ ਤੇ ਹੁਣ ਉਹ ਆਦਮੀ ਮਨ ਦੇ ਵਿੱਚ ਕਹਿੰਦਾ ਹੈ ਤੂੰ ਡਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਡਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਸਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਸਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਡਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਡਾਡਾ ਬੇਪਰਵਾਹ ਕੁਦਰਤਾਂ ਤੇਰੀਆਂ ਸਾਡਾ
ਕਹਿੰਦਾ ਹੋਇਆ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਬੜਾ ਬੇਪਰਵਾਹ, ਬੜਾ ਡੱਟ ਹੈ। ਪਿਤਾ ਨੂੰ ਪੁੱਤਰ ਦਾ ਅਫਸੋਸ ਨਹੀਂ, ਪਤਨੀ ਨੂੰ ਪਤੀ ਦਾ ਅਫਸੋਸ ਨਹੀਂ। ਤੇਰੀ ਕੁਦਰਤ ਹੈ। ਇਸ ਤਰ੍ਹਾਂ ਕਹਿੰਦਾ ਹੋਇਆ ਉਸ ਬੰਦੇ ਦੇ ਕੋਲ ਚਲਿਆ ਗਿਆ ਜਿਸ ਤੋਂ ਮਾਇਆ ਲੈਣੀ ਸੀ। ਉਸ ਨੂੰ ਕਹਿਣ ਲੱਗਾ ਕਿ ਮੈਨੂੰ ਮਾਇਆ ਦੀ ਲੋੜ ਹੈ, ਮੈਂ ਨਾਲ ਦੇ ਦੇਸ਼ ਵਿੱਚੋਂ ਆਇਆ ਹਾਂ। ਉਸਨੇ ਪੁੱਛਿਆ ਕਿ ਕੀ ਕੰਮ ਕਰਨਾ ਹੈ? ਕਹਿੰਦਾ ਮੈਂ ਵਪਾਰ ਕਰਨਾ, ਮੈਨੂੰ ਕੋਈ ਤੋਂ ਪੈਸਾ ਮਿਲਦਾ ਨਹੀਂ ਤੇ ਮੈਨੂੰ ਪਤਾ ਲੱਗਿਆ ਸੀ ਕਿ ਤੁਹਾਡੇ ਦੇਸ਼ ਵਿੱਚ ਪੈਸੇ ਦੇ ਦਿੰਦੇ ਨੇ। ਉਹ ਕਹਿਣ ਲੱਗਿਆ ਕਿ ਕਿੰਨੇ ਚਾਹੀਦੇ ਨੇ? ਉਸਨੇ ਕਿਹਾ ਕਿ 10,000 ਮਿਲ ਜਾਏ, ਬੜਾ ਧੰਨਵਾਦ ਹੋਵੇਗਾ। ਉਸਨੇ ਨੌਕਰ ਨੂੰ ਕਿਹਾ ਕਿ ਇਉਂ ਕਰ 10,000 ਦੀ ਥੈਲੀ ਚੁੱਕ ਲਿਆ। ਨੌਕਰ 10,000 ਦੀ ਥੈਲੀ ਚੁੱਕ ਲਿਆਇਆ। ਹੁਣ ਉਸ ਆਦਮੀ ਨੇ ਗੱਲ ਚਲਾਈ, ਕਹਿਣ ਲੱਗਾ ਸੇਠ ਜੀ ਮੈਂ ਇੱਕ ਅਜੀਬ ਗੱਲ ਦੇਖੀ ਹੈ। ਮੈਂ ਤੁਰਿਆ ਆਉਂਦਾ ਸੀ, ਰਸਤੇ ਵਿੱਚ ਦੋ ਜਾਣੇ ਹਲ ਚਲਾਉਂਦੇ ਸੀ, ਇੱਕ ਪਿਓ ਸੀ ਇੱਕ ਪੁੱਤਰ ਸੀ। ਪੁੱਤਰ ਨੂੰ ਪਤਾ ਨਹੀਂ ਕੀ ਹੈ, ਉਸਦੇ ਡਿੱਗਦੇ ਸਾਰ ਉਹ ਮ੍ਰਿਤੂ ਹੋ ਗਿਆ। ਉਸਨੇ ਪਿਤਾ ਨੇ ਮੈਨੂੰ ਸੁਨੇਹਾ ਦਿੱਤਾ ਕਿ ਘਰ ਦੇ ਕਹਿ ਦੇਵੀਂ ਕਿ ਮੇਰੀ ਇਕੱਲੇ ਦੀ ਰੋਟੀ ਲਿਆਵੇ ਤੇ ਆਪਣੇ ਪਤੀ ਦੀ ਰੋਟੀ ਨਾ ਲਿਆਵੇ। ਮੈਂ ਉਸਦੀ ਨੂੰਹ ਨੂੰ ਸੁਨੇਹਾ ਦਿੱਤਾ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਬਜ਼ੁਰਗ ਰੋਇਆ ਹੀ ਨਹੀਂ ਤੇ ਉਵੇਂ ਜਿਵੇਂ ਪੁੱਤਰ ਨੂੰ ਚੁੱਕ ਕੇ ਪਰੇ ਕਰ ਦਿੱਤਾ, ਬਲਦ ਪਰੇ ਬੰਨ ਦਿੱਤੇ ਤੇ ਆਪ ਹਲ ਚਲਾਉਣ ਲੱਗ ਪਿਆ। ਕਹਿੰਦਾ ਜਦੋਂ ਮੈਂ ਸੁਨੇਹਾ ਦਿੱਤਾ ਨਾ ਉਸਦੀ ਨੂੰਹ ਨੂੰ, ਉਸਦੀ ਨੂੰਹ ਪ੍ਰਸ਼ਾਦੇ ਲੈ ਕੇ ਤੁਰ ਪਈ ਸੀ। ਸੌਂਦੇ ਸਾਰ ਕਹਿਣ ਲੱਗੀ ਕਿ ਤਾਂ ਫੇਰ ਮੈਂ ਆਪਣਾ ਪ੍ਰਸ਼ਾਦਾ ਇੱਥੇ ਛਕ ਲੈਂਦੀ ਹਾਂ, ਮੈਂ ਵੀ ਅੱਜ ਕੇ ਖਾ ਕੇ ਨਹੀਂ ਜੀ ਚੱਲੀ। ਕਹਿੰਦਾ ਬੜੇ ਪੱਤਰਾਂ ਦੇ ਦਿਲ ਲੱਗੇ ਹੋਏ ਵੀ ਕਹਿੰਦਾ ਤੇ ਉਹ ਆਦਮੀ ਕਹਿੰਦਾ ਤੁਸੀਂ ਆਪਣੇ ਦੇਸ਼ ਦੇ ਵਿੱਚ ਕੀ ਕਰਦੇ ਹੋ? ਕਹਿੰਦਾ ਸਾਡੇ ਦੇਸ਼ ਦੇ ਵਿੱਚ ਕੋਈ ਮ੍ਰਿਤੂ ਹੋ ਜਾਵੇ ਤਾਂ ਅਸੀਂ ਤਾਂ ਰੋਟੀ ਹੀ ਨਹੀਂ ਖਾਂਦੇ। ਪਿੱਟ ਕੇ ਥੱਕ ਜਾਂਦੇ ਹਾਂ, ਛਾਤੀਆਂ ਪਿੱਟਦੇ ਹਾਂ, ਸਿਆਪੇ ਬਹੁਤ ਕਰਦੇ ਹਾਂ, ਕਿੰਨੇ ਦਿਨ ਸੋਗ ਪਿਆ ਰਹਿੰਦਾ ਹੈ। ਸਾਡੇ ਦੇਸ਼ ਦੇ ਵਿੱਚ ਤਾਂ ਆਹ ਰਿਵਾਜ ਹੈ, ਜੇ ਬਜ਼ੁਰਗ ਵੀ ਮ੍ਰਿਤੂ ਹੋ ਜਾਵੇ ਤਾਂ ਵੀ ਅਸੀਂ ਰੋਟੀ ਨਹੀਂ ਖਾਂਦੇ। ਇਹ ਤਾਂ ਜਵਾਨ ਦੀ ਮੌਤ ਹੋਈ ਹੈ। ਅਸੀਂ ਤਾਂ ਫਿਰ ਕਿਸੇ ਨੂੰ ਹਰੀ ਦਾ ਜਸ ਵੀ ਨਹੀਂ ਕਰਦੇ, ਨਾ ਭਾਈ ਬਾਣੀ ਨਾ ਪੜ, ਕੀਰਤਨ ਵੀ ਨਾ ਕਰ। ਇੱਥੇ ਮੌਤ ਹੋ ਗਈ ਹੈ ਸਾਡੀ ਮੁਹੱਲੇ ਵਿੱਚ। ਸੇਠ ਨੇ ਜਦੋਂ ਇਹ ਗੱਲ ਸੁਣ ਕੇ ਆਪਣੇ ਨੌਕਰ ਨੂੰ ਇਸ਼ਾਰਾ ਕੀਤਾ ਕਿ ਆ ਪੈਸੇ ਚੁੱਕ ਕੇ ਲੈ ਜਾ ਵਾਪਸ, ਜਿਹੜੇ ਪੈਸੇ ਉਸ ਨੂੰ ਦੇਣੇ ਸਨ। ਨੌਕਰ ਚੁੱਕ ਕੇ ਵਾਪਸ ਲੈ ਗਿਆ। ਕਾਫੀ ਦੇਰ ਇਹ ਆਦਮੀ ਬੈਠਾ ਰਿਹਾ। ਕਹਿੰਦਾ ਸੇਠ ਜੀ ਤੁਸੀਂ ਮੈਨੂੰ ਪੈਸੇ ਨਹੀਂ ਦਿੱਤੇ। ਹੁਣ ਉਹ ਸੇਠ ਕਹਿੰਦਾ ਅਸੀਂ ਤੈਨੂੰ ਪੈਸੇ ਨਹੀਂ ਦੇਣੇ। ਕਹਿੰਦਾ ਕਿਉਂ? ਸੇਠ ਕਹਿੰਦਾ ਤੁਸੀਂ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਜੇ ਉਸ ਨੂੰ ਵਾਪਸ ਕਰਨ ਵੇਲੇ ਇੰਨਾ ਚੱਕਰ ਪਾਉਂਦੇ ਹੋ, ਇੰਨਾ ਰੋਂਦੇ ਪਿੱਟਦੇ ਹੋ ਨਾ, ਆਪਾਂ ਪਰਮੇਸ਼ਰ ਦੀ ਦਾਤ ਹੈ ਜਿੰਨੇ ਪੈਦਾ ਹੋਏ ਸੰਸਾਰ ਦੇ, ਕਿ ਦਾਤ ਵਾਪਸ ਕਰਨ ਵੇਲੇ ਰੋੜੀਏ ਪਿੱਟ ਗਏ। ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਜਿਸ ਪਰਮੇਸ਼ਰ ਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ ਨਾ ਤੇ ਫਿਰ ਉਸ ਨੂੰ ਤਾਂ ਨਮਸਕਾਰ ਹੀ ਕਰਨੀ ਪੜਦੀ ਹੈ। ਇਉਂ ਸਾਧ ਸੰਗਤ ਉਹ ਸੇਠ ਕਹਿੰਦਾ ਨਾ ਜੇ ਤੁਸੀਂ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਦੇਣ ਵੇਲੇ ਇੰਨਾ ਰੋਂਦੇ ਪਿੱਟਦੇ ਹੋ ਤਾਂ ਮੈਂ ਤੈਨੂੰ ਉਧਾਰ ਪੈਸੇ ਨਹੀਂ ਦੇਣੇ, ਤੂੰ ਉਧਾਰ ਬੋਲਣ ਵੇਲੇ ਵੀ ਮੇਰੇ ਨਾਲ ਚੱਕਰ ਪਾਵੇਂ। ਇਸ ਕਰਕੇ ਉਹ ਵਾਪਸ ਆ ਗਿਆ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਰਨ ਲਿਖਾਈ ਮੰਡਲ ਮਹਿ ਆਈ। ਜਦੋਂ ਜੀਵਨ ਨੂੰ ਸੰਸਾਰ ਤੇ ਭੇਜਿਆ ਜਾਂਦਾ ਨਾ, ਪਹਿਲਾਂ ਉਸ ਦਾ ਮਰਨਾ ਲਿਖਿਆ ਜਾਂਦਾ ਹੈ। ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ, ਪਹਿਲਾਂ ਉਸ ਦਾ ਮਰਨਾ ਲਿਖਿਆ ਜਾਂਦਾ, ਫਿਰ ਸੰਸਾਰ ਤੇ ਭੇਜਿਆ ਜਾਂਦਾ। ਇਉਂ ਸਾਧ ਸੰਗਤ ਭਾਈ ਭਿਖਾਰੀ ਜੀ ਉਸ ਗੁਰਮੁਖ ਪਿਆਰੀ ਨੂੰ ਕਹਿੰਦੇ ਉਹ ਤਾਂ ਵਾਹਿਗੁਰੂ ਦਾ ਦਿੱਤਾ ਹੋਇਆ ਸੀ, ਵਾਹਿਗੁਰੂ ਨੇ ਆਪਣਾ ਦਿੱਤਾ ਵਾਪਸ ਮੰਗ ਲਿਆ ਹੈ। ਉਹ ਖੁਸ਼ੀ ਨਾਲ ਦੇਣਾ ਚਾਹੀਦਾ ਹੈ ਕਿ ਪਿੱਟ ਕੇ ਦੇਣਾ ਚਾਹੀਦਾ ਹੈ। ਇਉਂ ਸਾਧ ਸੰਗਤ ਆਧਾਰ ਮੋੜਨ ਵੇਲੇ ਰੌਲਾ ਨਹੀਂ ਪਾਉਣਾ ਚਾਹੀਦਾ। ਹੁਣ ਉਹ ਖਾਲੀ ਮੋੜ ਦਿੱਤਾ
ਇਸ ਕਰਕੇ ਭਾਈ ਭਿਖਾਰੀ ਜੀ ਕਹਿੰਦੇ ਗੁਰਮੁਖਾ ਇਹ ਤਾਂ ਦਾਤ ਸੀ ਪਰਮੇਸ਼ਰ ਦੀ ਦਿੱਤੀ ਹੋਈ, ਸਾਨੂੰ ਉਸ ਦੀ ਖੁਸ਼ੀ ਗਮੀ ਕਾਹਦੀ ਹੈ। ਸਾਡਾ ਪਰਦੇਸੀ ਪੁੱਤਰ ਆਇਆ, ਇਸ ਨੂੰ ਪਾਲਾਂਗੇ ਪੋਸਾਂਗੇ, ਠੀਕ ਹੈ, ਹੁਣ ਪਰਮੇਸ਼ਰ ਨੇ ਵਾਪਸ ਲੈ ਲਿਆ ਤਾਂ ਹੁਣ ਰੋਣਾ ਕਿਹੜੀ ਗੱਲ ਦਾ ਹੋਇਆ? ਇਹ ਤਾਂ ਵਾਹਿਗੁਰੂ ਦੀ ਦਾਤ ਹੈ, ਹੁਣ ਰੌਲਾ ਰੱਪਾ ਤਾਂ ਕੋਈ ਨਹੀਂ। ਇਉਂ ਭਾਈ ਭਿਖਾਰੀ ਦੇ ਕੋਲੋਂ ਇਹ ਵਚਨ ਸੁਣ ਕੇ ਉਹ ਗੁਰਮੁਖ ਪਿਆਰਾ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਹੁੰਚਿਆ। ਅੰਮ੍ਰਿਤਸਰ ਆ ਕੇ ਨਮਸਕਾਰ ਕੀਤੀ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਕਿਉਂ? ਗੁਰੂ ਸਾਹਿਬ ਜੀ ਚੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਏ, ਜੋ ਉਪਜੋ ਸੋ ਬਿਨ ਸਹ ਕਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ, ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਿਤ ਪਾਲੇ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਿਤ ਪਾਲੇ, ਪ੍ਰਭ ਸੋ ਲਾਗ ਰਹੋ ਮੇਰਾ ਜੀਤਾ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤਾ, ਰਹਾਉ ਮਨ ਬਲਾਸ ਭਏ ਸਹਿਬ ਕੈ, ਆਚਰਜ ਦੇਖ ਬੜਾਈ, ਹਾਰ ਸਿਮਰ ਸਿਮਰ ਆਨੰਦ ਕਰ ਨਾਨਕਾ, ਪ੍ਰਭ ਪੂਰਨ ਪੈਜ ਰਖਾਈ, ਮਨ ਬਲਾਸ ਭਏ ਸਹਿਬ ਕੈ, ਆਚਰਜ ਦੇਖ ਬੜਾਈ, ਹਾਰ ਸਿਮਰ ਸਿਮਰ ਆਨੰਦ ਕਰ ਨਾਨਕਾ, ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਰਕਾਰ ਜੋ ਸਾਧ ਸੰਗਤ ਜੀ, ਇਸ ਵੇਲੇ ਕੀਰਤਨ ਦੀਵਾਨ ਦੀ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਨੇ ਹੁਕਮਨਾਮੇ ਬਖਸ਼ੇ ਨੇ। ਹੁਣ ਜੋ ਅਗਲਾ ਪ੍ਰੋਗਰਾਮ ਹੈ, ਜਿਨ੍ਹਾਂ ਗੁਰੂ ਪਿਆਰਿਆਂ ਨੇ ਸਰਦਾਰ ਅਮਰ ਸਿੰਘ ਜੀ ਹੋਣਾ ਨੂੰ ਸ਼ਰਧਾ ਦੀ ਫੁੱਲ ਭੇਟਾ ਕਰਨੇ ਨੇ, ਉਹ ਸਟੇਜ ਦੀ ਕਾਰਵਾਈ ਮਨਜੀਤ ਪੁਰੀ ਜੀ ਕਰਨਗੇ। ਪਰਿਵਾਰ ਵੱਲੋਂ ਉਹਨਾਂ ਨੂੰ ਹੁਕਮ ਹੋਇਆ ਹੈ ਉਹ ਸਟੇਜ ਸੰਭਾਲਣ। ਪਿਆਰ ਸਤਿ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਅਸੀਂ ਸਾਡੇ ਬੜੇ ਹੀ ਸਤਿਕਾਰਿਤ ਮੇਰੇ ਪਿਤਾ ਸਮਾਨ ਸਰਦਾਰ ਅਮਰ ਸਿੰਘ ਸਰਾਂ ਹੋਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ। ਸਰਦਾਰ ਅਮਰ ਸਿੰਘ ਸਰਾਂ 16/2/2021 ਨੂੰ ਲਗਭਗ 64 ਵਰ੍ਹੇ ਦੀ ਆਯੂ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਪਿੱਛੇ ਭਰਿਆ ਭੁੰਨਿਆ ਪਰਿਵਾਰ, ਸਤਿਕਾਰਯੋਗ ਸਾਡੇ ਮਾਤਾ ਜੀ ਵੀਰਪਾਲ ਕੌਰ, ਬੇਟਾ ਗਗਨਦੀਪ ਸਿੰਘ, ਬੇਟੀ ਚਰਨਜੀਤ ਕੌਰ ਔਰ ਮਨਿੰਦਰ ਕੌਰ ਛੱਡ ਕੇ ਗਏ ਨੇ, ਪੁੱਤ ਪੋਤਰੇ ਛੱਡ ਕੇ ਗਏ ਨੇ।
ਜਿਹੜੀ ਇਸ ਪਰਿਵਾਰ ਦੇ ਨਾਲ ਸਾਂਝ ਪਿਛਲੇ ਕੁਝ ਕੁ ਸਮੇਂ ਤੋਂ ਹੈ। ਚੱਲੂਗਾ ਜੀ। ਜਾਰੀ ਰੱਖੋ, ਤੁਸੀਂ ਜਾਰੀ ਰੱਖੋ ਜੀ ਗੱਲ। ਮੈਂ ਗੱਲ ਕਰ ਰਿਹਾ ਸੀ ਕਿ ਮੇਰੀ ਇਸ ਪਰਿਵਾਰ ਦੇ ਨਾਲ ਸਾਂਝ ਇਸ ਘਰ ਦੇ ਪੁੱਤਾਂ ਵਰਗੇ ਦਮਾਦ ਪ੍ਰਿੰਸੀਪਲ ਕੁਮਾਰ ਜਗਦੇਵ ਬਰਾੜ ਹੋਣਾ ਕਰਕੇ ਆ। ਜਿੰਨਾ ਕੁ ਮੈਂ ਇਸ ਪਰਿਵਾਰ ਨੂੰ ਜਾਣਦਾ, ਸਰਦਾਰ ਅਮਰ ਸਿੰਘ ਸਰਾਂ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਣ ਵਾਲੇ ਮਨੁੱਖ ਸਨ। ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣ ਤੇ ਧਾਰਨਾ ਤੇ ਚੱਲਣ ਵਾਲੇ ਮਨੁੱਖ ਸਨ। ਇਹੋ ਜਿਹੇ ਲੋਕਾਂ ਦਾ ਇਸ ਦੁਨੀਆ ਤੋਂ ਬਹੁਤ ਘੱਟ ਉਮਰ ਦੇ ਵਿੱਚ ਚਲੇ ਜਾਣਾ ਬੜਾ ਦੁਖਦਾਈ ਹੁੰਦਾ। ਭਾਵੇਂ ਕਿ ਦੁਨੀਆ ਦੇ ਵਿੱਚ ਜਿਹੜੀ ਵੀ ਚੀਜ਼ ਬਣੀ ਆ, ਪੈਦਾ ਹੋਈ ਆ, ਉਹਨੇ ਇੱਕ ਦਿਨ ਖ਼ਤਮ ਹੋ ਜਾਣਾ, ਪਰ ਫਿਰ ਵੀ ਇਸ ਤਰ੍ਹਾਂ ਬਹੁਤ ਥੋੜ੍ਹੀ ਉਮਰ ਦੇ ਵਿੱਚ ਕਿਸੇ ਵਿਅਕਤੀ ਦਾ ਚਲੇ ਜਾਣਾ, ਭਰਿਆ ਪੁਰਿਆ ਪਰਿਵਾਰ ਛੱਡ ਕੇ ਚਲੇ ਜਾਣਾ ਬਹੁਤ ਹੀ ਦੁਖਦਾਈ ਹੁੰਦਾ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਰੀਕ ਹੋਣ ਲਈ ਬਹੁਤ ਸਾਰੀਆਂ ਇਸ ਇਲਾਕੇ ਦੀਆਂ, ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਇਸ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਪਹੁੰਚੀਆਂ ਨੇ, ਜਿਨ੍ਹਾਂ ਦੇ ਵਿੱਚ ਮਾਣਯੋਗ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ MLA ਹਲਕਾ ਫਰੀਦਕੋਟ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਨਹੀਂ ਪਹੁੰਚ ਸਕੇ, ਉਹਨਾਂ ਵੱਲੋਂ ਸ਼ੋਕ ਮਤਾ ਭੇਜਿਆ ਗਿਆ। ਬੰਟੀ ਰਮਾਣਾ ਜੀ ਆਏ ਸਨ ਪਰ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਚਲੇ ਗਏ। ਨਵਦੀਪ ਸਿੰਘ ਬੱਬੂ ਬਰਾੜ ਜੀ, ਇਸ ਤੋਂ ਬਾਅਦ ਸਰਦਾਰ ਜਸਮੇਰ ਸਿੰਘ ਢੱਟ ਪ੍ਰਧਾਨ ਸੱਭਿਆਚਾਰਕ ਮੰਚ ਪੰਜਾਬ, ਸਰਦਾਰ ਗੁਰਿੰਦਰਪਾਲ ਸਿੰਘ ਜੀ ਗੈਰੀ ਡਾਇਰੈਕਟਰ ਆਲ ਇੰਡੀਆ ਰੇਡੀਓ ਲੁਧਿਆਣਾ, ਡਾਕਟਰ ਨਿਰਮਲ ਚੌੜਾ ਡਾਇਰੈਕਟਰ ਯੂਥ ਵੈਲਫੇਅਰ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਰਦਾਰ ਹਰਭਜਨ ਸਿੰਘ ਬਰਾੜ ਸਰਪੰਚ ਕੋਟਲੀ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ, ਡਿੰਪੀ ਸੰਧੂ ਜੀ ਜ਼ਿਲ੍ਹਾ ਇੰਚਾਰਜ ਫਾਸਟਵੇ ਨਿਊਜ਼, ਐਡਵੋਕੇਟ ਲਲਿਤ ਮੋਹਨ ਗੁਪਤਾ ਜੀ ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ, ਰਜਿੰਦਰ ਦਾਸ ਰਿੰਕੂ ਜੀ ਸੀਨੀਅਰ ਅਕਾਲੀ ਆਗੂ ਫਰੀਦਕੋਟ, ਡਾਕਟਰ ਮੁਕੇਸ਼ ਭੰਡਾਰੀ ਜੀ, ਸਰਦਾਰ ਦਵਿੰਦਰ ਸਿੰਘ ਜੀ ਪੰਜਾਬ ਮੋਟਰਜ਼ ਪ੍ਰਧਾਨ ਨੈਸ਼ਨਲ ਯੂਥ ਕਲੱਬ ਫਰੀਦਕੋਟ, ਸਰਦਾਰ ਪਾਲ ਸਿੰਘ ਜੀ ਜਨਰਲ ਸੈਕਟਰੀ ਪੰਜਾਬੀ ਸਾਹਿਤ ਸਭਾ ਫਰੀਦਕੋਟ, ਨਰਿੰਦਰਪਾਲ ਨਿੰਦਾ ਜੀ MC ਸਾਹਿਬ ਔਰ ਉੱਘੇ ਸਮਾਜ ਸੇਵੀ ਸ਼੍ਰੀ ਪ੍ਰਵੀਨ ਕਾਲਾ ਜੀ ਤੇ ਹੋਰ ਵੀ ਬਹੁਤ ਸਾਰੀਆਂ ਮਾਇਨਾਜ਼ ਸ਼ਖਸੀਅਤਾਂ ਜਿਨ੍ਹਾਂ ਦੇ ਨਾਮ ਸ਼ਾਇਦ ਮੈਂ ਇੱਥੇ ਨਹੀਂ ਬੋਲ ਸਕਦਾ, ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆ। ਸਭ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਬਿਲਕੁਲ ਥੋੜਾ ਸਮਾਂ ਅਸੀਂ ਲੈਣਾ, ਸਿਰਫ 2 ਬੁਲਾਰੇ ਅੱਜ ਸਤਿਕਾਰਯੋਗ ਸਰਦਾਰ ਅਮਰ ਸਿੰਘ ਸਰਾਂ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਗੁਰੂਦੇਵ ਪ੍ਰੋਫੈਸਰ ਦਲਬੀਰ ਸਿੰਘ ਹੋਰਾਂ ਨੂੰ ਕਿ ਉਹ
2 ਮਿੰਟ ਲਈ ਸਰਦਾਰ ਅਮਰ ਸਿੰਘ ਸਰਾਂਪੁਰਾ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ ਪ੍ਰੋਫੈਸਰ ਦਲਵੀਰ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਵਾਰ ਫਿਰ ਬੀਬੀਆਂ ਨੂੰ ਅਪੀਲ ਕਰਦਾ ਕਿ ਸੱਜ ਜਾਣ ਤੇ ਫਤਿਹ ਦਾ ਜਵਾਬ ਫਤਿਹਵੀਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਔਖੀ ਘੜੀ ਵਿੱਚ ਜਦੋਂ ਸਾਡੇ ਬਹੁਤ ਹੀ ਪਿਆਰੇ ਤੇ ਪੂਜਨੀਕ ਸਰਦਾਰ ਅਮਰ ਸਿੰਘ ਜੀ ਸਰਾਂ ਸਾਡੇ ਤੋਂ ਵਿਛੜ ਗਏ ਨੇ, ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ, ਤੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ। ਬੜੇ ਦੁੱਖ ਦੀ ਘੜੀ ਹੈ ਮੇਰੇ ਵਰਗੇ ਇਨਸਾਨ ਲਈ। ਇਸ ਕਰਕੇ ਵੀ ਦੁੱਖ ਦੀ ਘੜੀ ਹੈ ਕਿ ਅੱਜ ਮੈਨੂੰ ਉਸ ਵਿਅਕਤੀ ਤੇ ਉੱਪਰ ਬੋਲਣਾ ਪੈ ਰਿਹਾ ਜੋ ਮੇਰੇ ਤੋਂ ਵੀ ਛੋਟਾ ਸੀ। ਇਸ ਦਾ ਮਤਲਬ ਇਹ ਹੈ ਕਿ ਜਿਵੇਂ ਭਾਈ ਸਾਹਿਬ ਕਥਾ ਤੇ ਕੀਰਤਨ ਕਰ ਰਹੇ ਸੀ, ਇੱਕ ਗੱਲ ਤੇ ਜੋ ਇਹਨਾਂ ਨੇ ਜ਼ੋਰ ਦਿੱਤਾ ਉਹ ਹੈ ਕਿ ਸਭ ਕੁਝ ਇਸ ਹੁਕਮ ਵਿੱਚ, ਉਸ ਦੇ ਹੁਕਮ ਵਿੱਚ ਵਾਪਰ ਰਿਹਾ। ਭਾਣਾ ਮੰਨਣ ਦੀ ਗੱਲ ਹੈ, ਜਿਉਣਾ ਝੂਠ ਤੇ ਮਰਨਾ ਸੱਚ। ਗੁਰੂ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਭਗਤਾਂ ਦੀ, ਜਿਤਨੇ ਗੁਰੂਆਂ ਦੀ ਬਾਣੀ ਹੈ, ਇੱਕ ਗੱਲ ਤੇ ਜ਼ੋਰ ਦਿੰਦੀ ਹੈ ਕਿ ਅਸੀਂ ਉਸ ਨਾਮ ਨਾਲ ਜੁੜੀਏ, ਉਸ ਪਰਮਾਤਮਾ ਨਾਲ ਜੁੜੀਏ। ਇਹ ਜਿਹੜੀ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਨੇ ਛਣ ਭੰਗਰ ਨੇ, ਇਹ ਖਤਮ ਹੋ ਜਾਣੀਆਂ ਨੇ। ਇਹ ਸਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਹੈ। ਉਹਨਾਂ ਨੇ 1 ਅਪ੍ਰੈਲ ਨੂੰ ਅਵਤਾਰ ਧਾਰਿਆ ਸੀ। ਜੇ ਅਸੀਂ ਗੁਰੂ ਸਾਹਿਬ ਦੀ ਬਾਣੀ, ਭਾਵੇਂ ਅਸੀਂ ਸ਼ਬਦ ਪੜ੍ਹੀਏ ਗੁਰੂ ਤੇਗ ਬਹਾਦਰ ਸਾਹਿਬ ਦੀ, ਵੈਸੇ ਤੇ ਸਾਰੇ ਬਾਬਾ ਫਰੀਦ ਦੀ ਬਾਣੀ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਅਰਜਨ ਦੇਵ ਜੀ ਦੀ ਬਾਣੀ ਕੋਈ ਵੀ ਪੜ੍ਹੋ ਤੇ ਉਸ ਦੇ ਵਿੱਚ ਸੰਦੇਸ਼ ਇਹੀ ਦਿੰਦਾ ਹੈ, ਨਾਮ ਸਿਮਰਨ। ਤੇ ਮੈਂ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ 2 ਸ਼ਲੋਕ ਤੁਹਾਡੇ ਨਾਲ ਇਸ ਕਰਕੇ ਸਾਂਝੇ ਕਰਨੇ ਨੇ ਕਿ ਉਹਨਾਂ ਦਾ ਕੀ ਸੰਬੰਧ ਹੈ ਅੱਜ ਇਸ ਮ੍ਰਿਤੂ ਨਾਲ, ਇਸ ਵਿਛੋੜੇ ਦੇ ਨਾਲ, ਤਾਂ ਜੋ ਸਾਨੂੰ ਸਾਰਿਆਂ ਨੂੰ ਇੱਕ ਗੱਲ ਸਮਝ ਆ ਜਾਏ ਕਿ ਸਾਡੇ ਜੀਵਨ ਦਾ ਕੀ ਅਰਥ ਹੈ। ਉਹਨਾਂ ਨੇ ਕਿਹਾ ਵੀ ਕੁਝ ਚੀਜ਼ ਸਾਡੇ ਕੋਲੋਂ ਚਲੀ ਜਾਂਦੀ ਤੇ ਕੁਝ ਚੀਜ਼ ਰਹਿ ਜਾਂਦੀ ਹੈ। ਕਿਹੜੀ ਚੀਜ਼ ਚਲੀ ਜਾਂਦੀ ਹੈ? ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਬੜੀ ਵੱਡੀਆਂ ਸ਼ਕਤੀਆਂ ਸੀ, ਅਵਤਾਰ ਸੀ, ਗੁਣੀ ਗਿਆਨੀ ਸੀ, ਸਭ ਤੇ ਸਭ ਅੱਜ ਇਸ ਦੁਨੀਆ ਵਿੱਚ ਨਹੀਂ। ਅਗਲੀ ਲਾਈਨ, ਕਹੋ ਨਾਨਕ ਤਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਤੇ ਸਾਰਾ ਸੰਸਾਰ ਇੱਕ ਸੁਪਨੇ ਵਾਂਗੂ ਹੈ। ਰਾਤ ਨੂੰ ਸੁਪਨਾ ਆਉਂਦਾ, ਸਵੇਰੇ ਭੁੱਲ ਜਾਈਦਾ, ਛਣ ਭੰਗਰੇ ਖਤਮ ਹੋ ਜਾਂਦਾ। ਪਰ ਜਿਉਣ ਦਾ ਕੀ ਆਧਾਰ ਹੋਵੇ, ਇਸ ਦਾ ਹੱਲ ਵੀ ਗੁਰੂ ਸਾਹਿਬ ਨੇ ਅਗਲੇ ਸ਼ਲੋਕਾਂ 'ਚ ਦਿੱਤਾ। ਨਾ ਕਿਹੜੀ ਚੀਜ਼ ਰਹੇਗੀ? ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਜੇ ਕੋਈ ਦੁਨੀਆ 'ਚ ਚੀਜ਼ ਰਹੇਗੀ ਉਹ ਨਾਮ ਰਹੇਗਾ। ਤੁਸੀਂ ਸੋਚੋਗੇ ਨਾਮ ਦਾ ਮਤਲਬ ਠੀਕ ਹੈ ਪਾਠ ਕਰਨਾ ਹੈ, ਨਾਮ ਦਾ ਮਤਲਬ ਚੰਗੇ ਕੰਮ ਵੀ ਕਰਨਾ ਹੈ, ਨਾਮ ਦਾ ਮਤਲਬ ਸਿਰਜਣਾ ਦਾ ਕੰਮ ਵੀ ਕਰਨਾ ਹੈ, ਰਚਨਾਤਮਕ ਕੰਮ ਵੀ ਕਰਨਾ ਹੈ, ਸਮਾਜ ਦੀ ਸੇਵਾ ਵੀ ਕਰਨੀ ਹੈ। ਕਹਿੰਦੇ ਨੇ ਨਾ, ਜੇ ਤੁਸੀਂ ਬੰਗਲੌਰ ਵੱਲ ਜਾਓ, ਉਹ ਮੈਸੂਰ ਤੋਂ ਉੱਪਰ ਲੰਘ ਜਾਓ ਤੇ ਉੱਥੇ ਚੰਦਨ ਦੇ ਬਾਗ ਆਉਂਦੇ ਨੇ। ਜੇ ਚੰਦਨ ਦੇ ਬਾਗ ਦੇ ਵਿੱਚੋਂ ਦੀ ਤੁਸੀਂ ਇੱਕ ਵਾਰੀ ਲੰਘ ਜਾਓ, ਮੀਲ ਦਾ ਇਲਾਕਾ ਲੰਘ ਕੇ ਜਾ ਰਹੇ ਜੇ, ਤੇ ਬਾਅਦ ਵਿੱਚ ਤੁਹਾਡੇ ਕੱਪੜਿਆਂ ਤੋਂ, ਤੁਹਾਡੇ ਸਰੀਰ ਤੋਂ ਵੀ ਚੰਦਨ ਦੀ ਖੁਸ਼ਬੂ ਆਉਂਦੀ। ਹੋਰ ਤੇ ਹੋਰ ਜੇ ਤੁਸੀਂ ਹੇਮਕੁੰਡ ਸਾਹਿਬ ਜਾਓ, ਹੇਮਕੁੰਡ ਸਾਹਿਬ ਤੋਂ ਜਸਟ 1 ਮੀਲ ਉਰੇ ਚੰਦਨਵਾੜੀ ਹੈ।
ਜਿੱਥੇ ਫੁੱਲ ਨੇ ਤਰ੍ਹਾਂ ਤਰ੍ਹਾਂ ਦੇ, ਜੇ ਉਹਦੇ ਵਿੱਚੋਂ ਵੀ ਲੰਘੋ ਤਾਂ ਤੁਹਾਡੇ ਕੱਪੜਿਆਂ 'ਚੋਂ ਖੁਸ਼ਬੂ ਆਉਂਦੀ। ਤੇ ਕਈ ਵਿਅਕਤੀ ਇਹੋ ਜਿਹੇ ਹੁੰਦੇ ਨੇ, ਸਰਦਾਰ ਅਮਰ ਸਿੰਘ ਸਰਾਂ ਵਰਗੇ, ਜੇ ਉਹਨਾਂ ਦੇ ਜੀਵਨ ਵਿੱਚੋਂ ਲੰਘਿਆ ਜਾਏ, ਉਹਨਾਂ ਦੀ ਜੀਵਨ ਸ਼ੈਲੀ ਦੇਖੀ ਜਾਏ, ਉਹਨਾਂ ਦੇ ਜੀਵਨ ਦੀ ਮੋਰੈਲਿਟੀ ਦੇਖੀ ਜਾਏ, ਉਹਨਾਂ ਨੇ ਜੀਵਨ 'ਚ ਕੀ ਕੀਤਾ, ਪਰਿਵਾਰ ਨੂੰ ਕੀ ਸੰਸਕਾਰ ਦਿੱਤੇ, ਤਾਂ ਉਸ ਦੀ ਵੀ ਖੁਸ਼ਬੂ ਅੱਜ ਤੱਕ ਆਉਂਦੀ ਹੈ। ਉਸ ਖੁਸ਼ਬੂ ਦੀ ਵਾਸਤੇ, ਉਸ ਸੁਗੰਧੀ ਵਾਸਤੇ ਅਸੀਂ ਲੋਕ ਅੱਜ ਸਾਰੇ ਆਏ। ਸਾਡਾ ਵਾ ਇਸ ਪਰਿਵਾਰ ਦੇ ਬੇਟੀ ਚਰਨਜੀਤ ਕੌਰ ਤੇ ਪ੍ਰਿੰਸੀਪਲ ਜਗਦੇਵ ਕੁਮਾਰ ਨਾਲ ਪਿਆ। ਮੇਰੇ ਅਜ਼ੀਜ਼ ਨੇ, ਕਹਿੰਦੇ ਨੇ ਨਾ ਕਿ ਸਿਆਣੀਆਂ ਲੇਡੀਜ਼ ਜਿਹੜੀਆਂ ਨੇ ਉਹ ਇੱਕ ਦਾਣੇ ਨੂੰ ਚੁੱਕ ਕੇ ਦੇਖ ਲੈਂਦੀਆਂ ਨੇ ਕਿ ਚਾਵਲ ਬਣੇ ਨੇ ਕਿ ਨਹੀਂ ਬਣੇ। ਤੇ ਬੀਬੀ ਚਰਨਜੀਤ ਕੌਰ ਤੇ ਜਗਦੇਵ ਕੁਮਾਰ ਜਗਦੇਵ ਇੱਥੋਂ ਦੇ ਗਾਂਧੀ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਤੇ ਇੱਕ ਅਧਿਆਪਕ ਹੈ, ਬਹੁਤ ਵਧੀਆ ਰੋਲ ਅਦਾ ਕਰ ਰਹੇ ਨੇ। ਔਰ ਮੈਂ ਇਹ ਕਹਾਂ ਕਿ ਨਵੀਂ ਪੀੜ੍ਹੀ ਨੂੰ ਉਸਾਰਨ ਦਾ ਕੰਮ ਕਰ ਰਹੇ ਨੇ। ਇਹ ਗੱਲਾਂ ਐਵੇਂ ਨਹੀਂ ਆ ਜਾਂਦੀਆਂ। ਹਰ ਟੀਚਰ ਇਤਨਾ ਡੈਡੀਕੇਟਿਡ ਨਹੀਂ ਹੁੰਦਾ। ਜਿਤਨੀ ਸੇਵਾ ਦਾ, ਸਿਮਰਨ ਦਾ, ਡੈਡੀਕੇਸ਼ਨ ਦਾ ਭਾਵ ਇਸ ਜੋੜੇ ਵਿੱਚ ਹੈ। ਤੇ ਜਦੋਂ ਉਹਨਾਂ ਨੂੰ ਪੁੱਛੀਏ ਤਾਂ ਉਹ ਕਹਿੰਦੇ ਨੇ ਸਾਨੂੰ ਇਹ ਆਪਣੇ ਪਰਿਵਾਰ ਤੋਂ ਅਸੀਸ ਮਿਲੀ ਹੈ, ਸਾਡੇ ਪਿਤਾ ਤੋਂ ਅਸੀਸ ਮਿਲੀ ਹੈ। ਸੋ ਉਹ ਪਰਿਵਾਰ, ਅਮਰ ਸਿੰਘ ਸਰਾਂ ਦਾ ਪਰਿਵਾਰ, ਸੱਚਮੁੱਚ ਜਿਹੜੇ ਪਰਿਵਾਰ ਦੇ ਵਿੱਚੋਂ ਕਹਿੰਦੇ ਨੇ ਨਾ ਕਿ ਇਹੋ ਜਿਹੇ ਬਜ਼ੁਰਗ ਮਾਤਾ ਤੇ ਪਿਤਾ, ਇਹ ਛਾਵਾਂ ਵੀ ਹੁੰਦੀਆਂ ਨੇ, ਇਹ ਸੰਸਕਾਰਾਂ ਦੀਆਂ ਬਹੁਤ ਸਾਰੇ ਸਾਡੀਆਂ ਰੈਲਿਕਸ ਹੁੰਦੀਆਂ ਨੇ। ਅਸੀਂ ਸੱਭਿਆਚਾਰ ਸਾਂਭਣਾ ਹੁੰਦਾ ਹੈ। ਇਹਨਾਂ ਨੇ ਸੱਭਿਆਚਾਰ ਨੂੰ ਸਾਂਭਿਆ, ਇਹਨਾਂ ਨੇ ਬੱਚਿਆਂ ਨੂੰ ਸਿਰਜਿਆ। ਜੇ ਅੱਜ ਇਹਨਾਂ ਦੇ ਬੱਚੇ ਇੱਕ ਇਹੋ ਜਿਹੇ ਸਥਾਨ 'ਤੇ ਨੇ ਤੇ ਇਤਨੀ ਸੰਗਤ ਇਲਾਕੇ ਦੀ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਅਤਿਥੀਗਣ ਜਿਹੜੇ ਨੇ ਅੱਜ ਇਸ ਸੰਗਤ ਵਿੱਚ ਸ਼ਾਮਲ ਨੇ, ਵੱਖ-ਵੱਖ ਅਦਾਰਿਆਂ ਤੋਂ, ਉੱਚੇ ਅਦਾਰਿਆਂ ਤੋਂ ਆਏ ਨੇ। ਚੰਡੀਗੜ੍ਹ ਤੱਕ ਦੇ ਲੋਕ, ਸਾਡੇ ਸਰਦਾਰ ਨਿਰਮਲ ਸਿੰਘ ਜੀ ਜੋੜਾ ਜੋ ਡਾਇਰੈਕਟਰ ਨੇ ਪੰਜਾਬ ਯੂਥ ਵੈਲਫੇਅਰ ਡਿਪਾਰਟਮੈਂਟ ਦੇ, ਹੋਰ ਇਹਨਾਂ ਦੇ ਸਾਥੀ ਕਵੀ ਸੱਜਣ, ਲੇਖਕ ਸੱਜਣ ਇੱਥੇ ਪਹੁੰਚੇ ਨੇ। ਔਰ ਇਸ ਸ਼ਹਿਰ ਦੇ, ਇਸ ਇਲਾਕੇ ਦੇ ਜਿੰਨੇ ਮਹਾਂਪੁਰਖ ਇੱਥੇ ਪਹੁੰਚੇ ਨੇ, ਮੈਂ ਖਾਸ ਤੌਰ 'ਤੇ ਧੰਨਵਾਦੀ ਹਾਂ ਨਾਨਕਸਰ ਵਾਲਿਆਂ ਦਾ, ਜਿਸ ਤਰ੍ਹਾਂ ਕਥਾ ਤੇ ਕੀਰਤਨ ਦੇ ਮਾਧਿਅਮ ਰਾਹੀਂ ਇਹਨਾਂ ਨੇ ਸੰਗਤਾਂ ਨੂੰ ਆਪਣੇ ਨਾਲ ਜੋੜਿਆ। ਤੇ ਇਹੀ ਗੱਲ ਕਹੀ ਬਈ ਕਿ ਜਿਹੜਾ ਨਾਮ ਸਿਮਰਨ ਹੀ, ਉਹ ਕਹਿੰਦਾ ਸਾਰਾ ਕੁਝ, ਅਸੀਂ ਜੋ ਕੁਝ ਮਰਜ਼ੀ ਸਾਡੇ ਕੋਲ ਦੌਲਤ ਹੋਵੇ, ਸਾਡੇ ਕੋਲ ਮਹੱਲ ਹੋਣ, ਉਹ ਕੁਝ ਨਹੀਂ ਇੱਥੇ ਨਾਲ ਸਾਡੇ ਜਾਣੇ, ਸਿਰਫ ਨਾਮ ਜਾਏਗਾ। ਤੇ ਅਸੀਂ ਉਸ ਗੁਰੂ ਨੂੰ ਯਾਦ ਕਰਨਾ ਹੈ। ਜੇ ਸਿਮਰਤ ਸੰਕਟ ਮਿਟੇ, ਦਰਸ ਤੁਹਾਰੋ ਹੋਏ। ਜੇ ਅਸੀਂ ਉਸ ਪਰਮਾਤਮਾ ਨੂੰ, ਉਸ ਦੇ ਦਰਸ ਕਰਕੇ, ਉਹਦੇ ਸਿਮਰਨ ਕਰਕੇ ਉਹਨੂੰ ਅਸੀਂ ਯਾਦ ਪ੍ਰਮਾਣ ਕਰਦੇ ਹਾਂ। ਖੁਸ਼ੀ ਆ ਜਾਵੇ, ਗਮੀ ਆ ਜਾਵੇ, ਇੱਕੋ ਜਿਹੀ ਅਵਸਥਾ ਰੱਖਦੇ ਨੇ, ਡੋਲਦੇ ਨਹੀਂ। ਲੜਕਾ ਵਿਆਹਣ ਤੋਂ ਬਾਅਦ ਵਾਪਸ ਘਰ ਪਹੁੰਚੀ, ਲੜਕੀ ਦੀ ਮਾਤਾ ਪਾਣੀ ਭਰ ਲਈ ਖੜੀ ਹੈ। ਭੈਣਾਂ ਖੜੀਆਂ ਨੇ ਰਾਹ ਰੋਕਣ ਵਾਸਤੇ ਕਿ ਡੋਲਾ ਨਹੀਂ ਲੰਘਣ ਦੇਣਾ ਜਦ ਤੱਕ ਮੂੰਹ ਮੰਗੀ ਦਾਤ ਨਹੀਂ ਮਿਲਦੀ। ਉਸ ਦੀ ਥਾਂ ਤੇ ਕੀ ਲਿਖਦੇ ਨੇ, ਭਾਈ ਭਿਖਾਰੀ ਜੀ ਰੱਤ ਦੇ ਵਿੱਚੋਂ ਉਤਰੇ ਪਰ ਲੜਕਾ ਨਹੀਂ ਉਤਰਿਆ। ਭਾਈ ਭਿਖਾਰੀ ਨੇ ਹੱਥ ਵਧਾਈ, ਰੱਤ ਦਾ ਪਰਦਾ ਚੁੱਕਿਆ ਤੇ ਲੜਕੀ ਦਾ ਮ੍ਰਿਤਕ ਸਰੀਰ ਬਾਹਾਂ ਵਿੱਚ ਲੈ ਲਿਆ। ਉਸੇ ਵੇਲੇ ਘਰ ਦੀਆਂ ਖੁਸ਼ੀਆਂ ਖਤਮ ਹੋ ਗਈਆਂ, ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਕਿਉਂਕਿ ਸਤਿਗੁਰੂ ਮਹਾਰਾਜ ਜੀ ਤਾਂ ਕਹਿੰਦੇ ਨੇ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੁੜ ਨਾ ਪਾਇਆ। ਜਿਤਨਾ ਵੀ ਮਰਤੂ ਤੋਂ ਬਾਅਦ ਆਪਾਂ ਰੋਨੇ ਹਾਂ, ਜਿਤਨੇ ਵੀ ਅੱਖਾਂ ਦੇ ਵਿੱਚ ਹੰਝੂ ਗਿਰਦੇ ਨੇ, ਉਤਨਿਆਂ ਹੀ ਉਸ ਰੂਹ ਨੂੰ ਬੜੀਆਂ ਭਿਆਨਕ ਨਦੀਆਂ ਪਾਰ ਕਰਨੀਆਂ ਪੈਂਦੀਆਂ। ਪਰ ਭਾਈ ਭਿਖਾਰੀ ਜੀ ਨਹੀਂ ਰੋਏ, ਸਭ ਨੇ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ। ਉਹ ਖੁਸ਼ੀਆਂ ਸਾਰੀਆਂ ਗਮੀ ਦੇ ਵਿੱਚ ਬਦਲ ਗਈਆਂ, ਸਭ ਨੇ ਗਹਿਣੇ ਲਾ ਦਿੱਤੇ। ਭਾਈ ਭਿਖਾਰੀ ਜੀ ਨੇ ਜਾ ਕੇ ਅੰਦਰੋਂ ਤੱਪੜ ਕੱਢ ਜਾਂਦਾ,
ਜਿਹੜਾ ਪਹਿਲਾਂ ਸਿਉਂਦੇ ਸਨ। ਤੇ ਭਾਈ ਭਿਖਾਰੀ ਜੀ ਕਹਿੰਦੇ ਇਸ਼ਨਾਨ ਜਲਦੀ ਕਰਾਓ। ਉਸੇ ਵੇਲੇ ਆਰਤੀ ਬਣੀ ਪਈ ਸੀ, ਰਿਸ਼ਤੇਦਾਰ ਸਾਰੇ ਆਏ ਹੋਏ ਸਨ, ਹੋਰ ਕਿਸੇ ਨੇ ਆਉਣਾ ਨਹੀਂ। ਭਾਈ ਭਿਖਾਰੀ ਜੀ ਕਹਿੰਦੇ ਆਪਾਂ ਸੰਸਕਾਰ ਕਰਾਂਗੇ। ਕਿੱਥੇ ਖੁਸ਼ੀਆਂ, ਕਿੱਥੇ ਨਾ ਉਸ ਲੜਕੀ ਦਾ ਚੂੜਾ ਅਜੇ ਮੈਲਾ ਹੋਇਆ, ਵਿਚਾਰੀ ਉਹ ਵੀ ਰਾਤ ਦੇ ਵਿੱਚੋਂ ਉਤਰ ਆਈ। ਉਸ ਤੋਂ ਬਾਅਦ ਜਦੋਂ ਸੰਸਕਾਰ ਕਰਕੇ ਜਦ ਘਰ ਆਈ ਤਾਂ ਭਾਈ ਗੁਰਮੁਖ ਜੀ ਕਹਿਣ ਲੱਗੇ, ਭਾਈ ਭਿਖਾਰੀ ਜੀ ਤੁਸੀਂ ਅੱਜ ਰਹਿਰਾਸ ਸਾਹਿਬ ਦਾ ਪਾਠ ਸੁਣਾਓਗੇ? ਭਾਈ ਭਿਖਾਰੀ ਜੀ ਕਹਿਣ ਲੱਗੇ, ਹਾਂ ਰਹਿਰਾਸ ਸਾਹਿਬ ਦਾ ਪਾਠ ਸੁਣਾਵਾਂਗਾ, ਮੈਨੂੰ ਕੋਈ ਅਫਸੋਸ ਨਹੀਂ, ਨਿਤਨੇਮ ਦਾ ਫਰਕ ਨਹੀਂ ਪਾ ਰਹੀ। ਰਹਿਰਾਸ ਸਾਹਿਬ ਦਾ ਪਾਠ ਕੀਤਾ। ਉਸ ਤੋਂ ਬਾਅਦ ਕਹਿਣ ਲੱਗੇ ਪ੍ਰਸ਼ਾਦੇ ਛਕੋ। ਇਹ ਤਾਂ ਅਕਾਲ ਪੁਰਖ ਦਾ ਭਾਣਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਭਾਣਾ ਸਤਿਗੁਰ ਦਾ ਮਿੱਠਾ ਕਰਕੇ ਮਨ ਲੈ ਪਿਆਰੇ। 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 ਕਰਾਂਗੇ ਤਾਂ ਸਾਡੀ ਇਸ ਤਰ੍ਹਾਂ ਇਹ ਦੁੱਖ ਦੀ ਘੜੀ ਟਲ ਜਾਏਗੀ। ਅੱਜ ਉਸ ਅਕਾਲ ਪੁਰਖ ਅੱਗੇ ਮੈਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ। ਸਾਡੇ ਦਰਮਿਆਨ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਇਲਾਕੇ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀਆਂ ਨੇ, ਜਿਨ੍ਹਾਂ ਵਿੱਚ ਸਰਦਾਰ ਕਰਮਜੀਤ ਸਿੰਘ ਜੀ ਟਹਿਣਾ ਔਰ ਐਜੂਕੇਸ਼ਨ ਡਿਪਾਰਟਮੈਂਟ ਤੋਂ ਸਰਦਾਰ ਅਮਰਿੰਦਰ ਸਿੰਘ ਜੀ ਬੰਟੀ। ਇਹਨਾਂ ਸਭ ਦੋਸਤਾਂ ਦਾ ਵੀ ਧੰਨਵਾਦ ਕੀਤਾ ਜਾਂਦਾ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸ਼ੋਕ ਮਤੇ ਪ੍ਰਾਪਤ ਹੋਏ ਨੇ, ਜਿਹੜੇ ਮੈਂ ਪੜ੍ਹ ਕੇ ਨਹੀਂ ਸੁਣਾ ਸਕਦਾ ਕਿਉਂਕਿ ਬਹੁਤ ਲੰਬਾ ਹੋ ਜਾਏਗਾ। ਇਸ ਕਰਕੇ ਮੈਂ ਸਿਰਫ ਉਹਨਾਂ ਸੰਸਥਾਵਾਂ ਦੇ ਨਾਮ ਬੋਲਾਂਗਾ ਜਿਨ੍ਹਾਂ ਵੱਲੋਂ ਸ਼ੋਕ ਮਤੇ ਪ੍ਰਾਪਤ ਹੋਏ ਨੇ। ਪੰਜਾਬੀ ਸੱਭਿਆਚਾਰਕ ਸੱਥ ਪੰਜਾਬ ਵੱਲੋਂ ਸ਼ੋਕ ਮਤਾ ਪ੍ਰਾਪਤ ਹੋਇਆ, ਜਿਸ ਦੇ ਪ੍ਰਧਾਨ ਸਰਦਾਰ ਜਸਮੇਰ ਸਿੰਘ ਢਾਟਪੁਰੀ ਵਿਸ਼ੇਸ਼ ਤੌਰ ਤੇ ਲੁਧਿਆਣੇ ਤੋਂ ਇੱਥੇ ਪਹੁੰਚੇ ਹੋਏ ਨੇ। ਗੁਰਦੁਆਰਾ ਵਿਸ਼ਵਕਰਮਾ ਰਾਮਕੜੀਆ ਸਭਾ ਫਰੀਦਕੋਟ ਵੱਲੋਂ ਗ੍ਰਾਮ ਪੰਚਾਇਤ ਕੋਟਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ੋਕ ਮਤਾ ਪ੍ਰਾਪਤ ਹੋਇਆ ਜੀ। ਪੰਜਾਬ ਰਾਜ ਮੁਲਾਜ਼ਮ ਦਲ ਜ਼ਿਲ੍ਹਾ ਯੂਨਿਟ ਫਰੀਦਕੋਟ ਵੱਲੋਂ ਸਰਕਾਰੀ ਹਾਈ ਸਕੂਲ ਪਿਪਲੀ ਨਵੀਂ ਡਿਸਟ੍ਰਿਕਟ ਫਰੀਦਕੋਟ ਵੱਲੋਂ ਪ੍ਰਿੰਸੀਪਲ ਅਤੇ ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਨੈਸ਼ਨਲ ਯੂਥ ਕਲੱਬ ਫਰੀਦਕੋਟ, ਰੋਟਰੀ ਕਲੱਬ ਫਰੀਦਕੋਟ, ਮੈਨੇਜਮੈਂਟ ਪ੍ਰਿੰਸੀਪਲ ਅਤੇ ਸਮੂਹ ਸਟਾਫ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ, ਸਾਹਿਤ ਸਭਾ ਪੰਜਾਬੀ ਸਾਹਿਤ ਸਭਾ ਰਜਿਸਟਰਡ ਫਰੀਦਕੋਟ, ਇਹਨਾਂ ਸਭ ਸੰਸਥਾਵਾਂ ਵੱਲੋਂ ਸ਼ੋਕ ਮਤੇ ਪ੍ਰਾਪਤ ਹੋਏ ਨੇ ਜੀ। ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਡਾਕਟਰ ਨਿਰਮਲ ਜੌੜਾ ਹੋਰਾਂ ਨੂੰ, ਡਾਇਰੈਕਟਰ ਯੂਥ ਵੈਲਫੇਅਰ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕਿ ਉਹ ਪਰਿਵਾਰ ਦੇ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ ਔਰ ਆਪਣੇ ਵੱਲੋਂ ਸਰਦਾਰ ਅਮਰ ਸਿੰਘ ਸਰਾਂ ਹੋਰਾਂ ਨੂੰ ਸ਼ਰਧਾ ਦੇ ਫੁੱਲ ਵੀ ਅਰਪਿਤ ਕਰਨਗੇ। ਡਾਕਟਰ ਨਿਰਮਲ ਜੌੜਾ ਜੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰ ਸਿੰਘ ਸਰਾਂ ਹੋਰਾਂ ਦੀ ਅੰਤਮ ਅਰਦਾਸ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਔਰ ਪ੍ਰੋਫੈਸਰ ਦਲਬੀਰ ਸਿੰਘ ਹੋਰਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੋੜ ਕੇ
ਬਹੁਤ ਖੂਬਸੂਰਤੀ ਦੇ ਨਾਲ ਉਹਨਾਂ ਦੇ ਜੀਵਨ ਬਾਰੇ ਤੁਹਾਨੂੰ ਦੱਸਿਆ। ਮੈਂ ਇਹ ਮਹਿਸੂਸ ਕਰਦਾ ਕਿ ਕਿਸੇ ਬੰਦੇ ਦੀ ਲਿਆਕਤ, ਉਹਦਾ ਹੁਨਰ, ਉਹਦੀ ਦਾਨਸ਼ਵਰਤਾ, ਉਹਦੀ ਦਿਆਨਤਦਾਰੀ, ਉਹ ਜ਼ਮੀਨਾਂ, ਜਾਇਦਾਦਾਂ, ਕੋਠੀਆਂ ਵਿੱਚੋਂ ਕਦੇ ਨਹੀਂ ਮਿਲਦੀ। ਬੰਦੇ ਦੇ ਜਾਣ ਤੋਂ ਬਾਅਦ ਉਹਦੀਆਂ ਕੋਠੀਆਂ, ਕਾਰਾਂ, ਉਹਦੇ ਕਿੱਲਿਆਂ ਦੇ ਨਾਂ, ਉਹਦੇ ਪੁੱਤਾਂ ਧੀਆਂ ਦੇ ਨਾਂ ਹੋ ਜਾਂਦੇ ਆ। ਬੰਦਾ ਹੌਲੀ ਹੌਲੀ ਉੱਥੋਂ ਖਤਮ ਹੋ ਜਾਂਦਾ। ਲੇਕਿਨ ਉਹ ਜਿਹੜੀ ਦਿਆਨਤਦਾਰੀ ਆ, ਉਹ ਧੀਆਂ ਪੁੱਤਰਾਂ ਦੇ ਵਿੱਚੋਂ ਹਮੇਸ਼ਾ ਦਿਸਦੀ ਹੈ। ਜਿਵੇਂ ਪ੍ਰੈਸ ਸਾਹਿਬ ਨੇ ਕਿਹਾ ਕਿ ਮੇਰਾ ਇਸ ਪਰਿਵਾਰ ਦੇ ਨਾਲ ਕੁਮਾਰ ਜਗਦੇਵ ਮੇਰੇ ਦੋਸਤ ਹੈ, ਮੇਰੇ ਕਲਾਸ ਫੈਲੋ, ਉਹਦਾ ਕਰਕੇ ਵਾਹ, ਅਤੇ ਉਹਦੇ ਜੀਵਨ ਸਾਥਣ ਔਰ ਸਰਦਾਰ ਅਮਰ ਸਿੰਘ ਸਰਾਹ ਹੋਰਾਂ ਦੀ ਸਪੁੱਤਰੀ ਚਰਨਜੀਤ ਕੌਰ ਇਸ ਪਰਿਵਾਰ ਦੀ ਨੂੰਹ ਹੈ, ਜਿਹੜੇ ਪਰਿਵਾਰ ਨਾਲ ਮੇਰਾ ਵਾਹ ਹੈ। ਤਾਂ ਸਾਨੂੰ ਮਹਿਸੂਸ ਹੁੰਦਾ ਕਿ ਉਹ ਜਿਹੜੇ ਪਰਿਵਾਰ 'ਚੋਂ ਧੀ ਪੁੱਤ ਆਉਂਦਾ ਹੈ, ਜਿਵੇਂ ਸਿਆਣੇ ਕਹਿੰਦੇ ਆ ਕਿ ਉਹ ਲਿਆਕਤ ਨੂੰ ਅੱਗੇ ਤੋਰਦਾ ਹੈ, ਅਤੇ ਉਸਨੇ ਵੀ ਉਸ ਲਿਆਕਤ ਨੂੰ ਅੱਗੇ ਤੋਰਿਆ। ਔਰ ਮੈਂ ਜਦੋਂ ਧਾਰਨਾ ਸੁਣ ਰਿਹਾ ਸੀ ਕਿ ਰੁੱਤਾਂ ਮੁੜ ਮੁੜ ਆਉਣੀਆਂ ਬੰਦਿਆ, ਤੈਂ ਮੁੜ ਕੇ ਨਹੀਂ ਆਉਣਾ। ਬਾਬਾ ਫਰੀਦ ਦਾ ਇੱਕ ਸ਼ਲੋਕ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਗਾ, ਲੇਕਿਨ ਜੇ ਤੁਹਾਡੇ 'ਚੋਂ ਕੋਈ ਪਾਕ ਪਟਨ ਗਿਆ ਹੋਵੇ ਤਾਂ ਬਾਬਾ ਫਰੀਦ ਦੀ ਮਜ਼ਾਰ ਦੇ ਉੱਪਰ ਇੱਕੋ ਇੱਕ ਸ਼ਲੋਕ ਜਿਹੜਾ ਬਾਬਾ ਜੀ ਦੀ ਸ਼ਾਇਦ ਆਗਿਆ ਨਾਲ ਹੀ ਉਸ ਵੇਲੇ ਲਿਖਿਆ ਗਿਆ ਹੋਵੇ ਕਿ ਫਰੀਦਾ ਉਹ ਜੋ ਦਿਸਣ ਢੇਰੀਆਂ, ਉੱਤੇ ਉਹਨਾਂ ਦੇ ਕੱਖ, ਉੱਧਰੋਂ ਕੋਈ ਨਹੀਂ ਬੌੜਦਾ, ਇੱਧਰੋਂ ਜਾਂਦੇ ਲੱਖ। ਸਰਦਾਰ ਅਮਰ ਸਿੰਘ ਸਰਾਹ ਬਾਬਾ ਫਰੀਦ ਦੀਆਂ ਉਹਨਾਂ ਢੇਰੀਆਂ 'ਚ ਸ਼ਾਮਲ ਹੋ ਗਏ ਆ, ਜਿੱਥੋਂ ਉਹਨਾਂ ਨੇ ਉੱਠ ਕੇ ਤਾਂ ਨਹੀਂ ਆਉਣਾ, ਅਸੀਂ ਜੋ ਮਰਜ਼ੀ ਜ਼ੋਰ ਲਾ ਲਈਏ, ਪਰ ਉਹਨਾਂ ਢੇਰੀਆਂ ਦੇ ਉੱਪਰ ਫੁੱਲ ਵੀ ਉੱਗਣਗੇ, ਉਹਨਾਂ ਢੇਰੀਆਂ ਦੇ ਉੱਪਰ ਕਲੀਆਂ ਵੀ ਉੱਗਣਗੀਆਂ। ਅਤੇ ਸਾਡੀ ਇਹ ਦੁਆ ਹੈ ਅੱਜ ਗੁਰੂ ਮਹਾਰਾਜ ਦੇ ਅੱਗੇ ਕਿ ਉਹਨਾਂ ਫੁੱਲਾਂ ਦੇ, ਉਹਨਾਂ ਕਲੀਆਂ ਦੀ ਮਹਿਕ ਹੈ ਜਿਹੜੀ, ਉਹ ਇਸ ਪਰਿਵਾਰ ਨੂੰ ਉਸੇ ਤਰ੍ਹਾਂ ਹੀ ਆਉਂਦੀ ਰਹੇ ਜਿਸ ਤਰ੍ਹਾਂ ਉਹ ਜਿਉਂਦੇ ਜੀ ਇਸ ਪਰਿਵਾਰ ਨੂੰ ਦਿੰਦੇ ਸੀ। ਸੋ ਮੈਂ ਆਪਣੇ ਵੱਲੋਂ ਵੀ ਔਰ ਸਰਦਾਰਨੀ ਵੀਰਪਾਲ ਕੌਰ ਵੱਲੋਂ, ਉਹਨਾਂ ਦੇ ਸਪੁੱਤਰ ਸਰਦਾਰ ਗਗਨਦੀਪ ਸਿੰਘ ਵੱਲੋਂ ਔਰ ਉਹਨਾਂ ਦੀਆਂ ਸਪੁੱਤਰੀਆਂ ਵੱਲੋਂ ਔਰ ਵਿਸ਼ੇਸ਼ ਤੌਰ 'ਤੇ ਕੁਮਾਰ ਜਗਦੇਵ ਵੱਲੋਂ ਤੁਹਾਡਾ ਸਭ ਦਾ ਧੰਨਵਾਦੀ ਹਾਂ ਕਿ ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਵੀ ਸ਼ਾਮਲ ਹੋਏ ਆ ਔਰ ਗੁਰੂ ਮਹਾਰਾਜ ਦੀ ਇਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਏ ਆ। ਨਾਮ ਤੁਹਾਡੇ 'ਚ ਬਹੁਤ ਵੱਡੇ ਵੱਡੇ ਬੰਦੇ ਬੈਠੇ ਆ, ਲੇਕਿਨ ਜਿਹੜੀ ਜਗ੍ਹਾ 'ਤੇ ਤੁਸੀਂ ਬੈਠੇ ਆ, ਇਹ ਉਹ ਜਗ੍ਹਾ ਜਿੱਥੇ ਬੰਦੇ ਦੇ ਮੂਹਰੋਂ ਅਗੇਤਰ ਅਤੇ ਪਛੇਤਰ ਲੈ ਜਾਂਦੇ ਆ, ਸਿਰਫ ਬੰਦਾ ਰਹਿ ਜਾਂਦਾ, ਅਤੇ ਅਸੀਂ ਇਨਸਾਨ ਬਣ ਕੇ ਤੁਸੀਂ ਸਾਰੇ ਇੱਥੇ ਆਏ ਆ। ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਨਿਰਮਲ ਜੌੜਾ ਜੀ। ਪਰਿਵਾਰ ਵੱਲੋਂ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਦਾ ਧੰਨਵਾਦ ਔਰ ਇੱਕ ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਕਾ ਲੰਗਰ ਔਰ ਚਾਹ ਪਾਣੀ ਤਿਆਰ ਹੈ। ਜਿਨ੍ਹਾਂ ਨੇ ਗੁਰੂ ਕਾ ਲੰਗਰ ਜਾਂ ਚਾਹ ਪਾਣੀ ਨਹੀਂ ਛਕਿਆ, ਲੋੜ ਮੁਤਾਬਕ ਜ਼ਰੂਰ ਛਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਮੈਂ ਹਰ ਦਰਸ਼ਨ ਸੁਖ ਹੋਏ। हमारी बेदन तू जानता साहा, अवर क्या जाने कोई, अवर क्या जाने कोई। मेरे साहा मैं हर दर्शन सुख होए, मैं हर दर्शन सुख होए। मेरे साहा मैं हर दर्शन सुख होए, मैं हर दर्शन सुख होए। साचा साहिब सच तू मेरे साहा, तेरा किया सच सब होए। साचा साहिब सच तू मेरे साहा,
सब होए। झूठा किसका आखिए साहा, दूजा नाही कोए। झूठा किसका आखिए साहा, दूजा नाही कोए। दूजा नाही कोए। मेर साहा मैं हर दर्शन सुख होए। मैं हर दर्शन सुख होए। मेर साहा मैं हर दर्शन सुख होए। मैं हर दर्शन सुख होए। सबना विच तू वरतदा साहा, सब तुझे ते आवे दिन रात। सबना विच तू वरतदा साहा, सब तुझे ते आवे दिन रात। सब तुझ ही तावो मंगदे मेरे साहा, तू सब न करे इक दात। तू सब न करे इक दात। मेरे साहा मैं हर दर्शन सुख होए। मैं हर दर्शन सुख होए। सबको तुझ ही विच है मेरे साहा, तुझ ते बाहर कोई नाहे। सबको तुझ ही विच है मेरे साहा, तुझ ते बाहर कोई नाहे। सब जी तेरे तू सबसदा मेरे साहा, सब तुझ ही माहे समाए। सब तुझ ही माहे समाए। मेरे साहा मैं हर दर्शन सुख होए। मैं हर दर्शन सुख होए। सबना की तू आस है
ਨਾ ਕੀ ਤੂੰ ਆਸ ਹੈ ਮੇਰੇ